ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦਾ ਅਵਤਾਰ ਸ਼ਾਂਤੀ ਦੇ ਸੋਮੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਸਤਿਕਾਰ ਸਹਿਤ ਆਪ ਜੀ ਜੁੜ ਬੈਠੇ ਹੋ। ਗੁਰੂ ਕਿਰਪਾ ਸਦਕਾ ਸੰਗਤ ਦੀਆਂ ਘੜੀਆਂ ਦਾ ਸੁਭਾਗ ਮਿਲਿਆ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਇਤਿਹਾਸ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਹੁਕਮ ਕਰਦੇ ਨੇ, ਮਰਦਾਨਿਆਂ ਘਰ ਜਾ ਕੇ ਭੈਣ ਜੀ ਦੇ ਪਾਸੋਂ ਰਵਾਬ ਖਰੀਦਣ ਵਾਸਤੇ ਮਾਇਆ ਲੈ ਕੇ ਆਓ। ਜਿਉਂ ਹੀ ਭਾਈ ਮਰਦਾਨਾ ਜੀ ਚੱਲ ਕੇ ਘਰੇ ਆਏ, ਸਤਿਗੁਰਾਂ ਦੇ ਪਾਏ ਹੋਏ ਸਵਾਲ ਦਾ ਜ਼ਿਕਰ ਭੈਣ ਨਾਨਕੀ ਜੀ ਕੋਲ ਕੀਤਾ। ਬੜੇ ਪ੍ਰਸੰਨ ਹੋਏ ਨੇ। ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਮੇਰੇ ਵੀਰ ਸਤਿਗੁਰੂ ਨੇ ਸਾਨੂੰ ਕੋਈ ਹੁਕਮ ਲਾਇਆ, ਕੋਈ ਸੇਵਾ ਲਾਈ ਹੈ। ਆਖਣ ਲੱਗੇ, ਮਰਦਾਨਿਆਂ ਇੱਕ ਰਵਾਬ ਦੀ ਗੱਲ ਛੱਡ, ਤੈਨੂੰ 7 ਲੈ ਦਿਆਂ। ਮੇਰੇ ਇੱਕ ਮਨ ਦੀ ਇੱਛਾ ਏ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿ ਦਿਓ ਇੱਕ ਵਾਰ ਘਰੇ ਆ ਜਾਣ, ਦਰਸ਼ਨ ਦੇ ਦੇਣ। ਉਸੇ ਵੇਲੇ ਭਾਈ ਮਰਦਾਨਾ ਜੀ ਨੇ ਜਾ ਕੇ ਸਤਿਗੁਰਾਂ ਨੂੰ ਇਹ ਪਿਆਰ ਦਾ ਬਚਨ ਸੁਣਾਇਆ। ਮਹਾਰਾਜ ਆਪ ਜੀ ਨੂੰ ਘਰ ਜਾਣਾ ਪੈਣਾ। ਭੈਣ ਜੀ ਚੇਤੇ ਕਰਦੇ ਨੇ। ਸੱਚੇ ਪਾਤਸ਼ਾਹ ਉਸੇ ਵੇਲੇ ਬਿਨਾਂ ਦੇਰੀ ਉੱਠੇ, ਚੱਲ ਕੇ ਘਰ ਆਏ। ਬੇਬੇ ਨਾਨਕੀ ਜੀ ਆਪਣੇ ਵੀਰ ਨੂੰ ਵੇਖ ਕੇ ਚਾਅ ਦੇ ਵਿੱਚ ਨੇਤਰ ਅੱਖਾਂ ਭਰ ਆਏ। ਖੁਸ਼ੀ ਦਾ ਠਿਕਾਣਾ ਕੋਈ ਨਹੀਂ। ਬੜੇ ਅਦਬ ਦੇ ਨਾਲ ਸਤਿਗੁਰਾਂ ਨੂੰ ਪਲੰਘੇ 'ਤੇ ਬਿਠਾਇਆ। ਇਹਨਾਂ ਸਾਰੇ ਬਚਨਾਂ ਨੂੰ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ, ਆਸੀਸ ਬਖਸ਼ੋ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਮ੍ਰਿਦ ਬਚਨ ਆਲਾਏ, ਸੁਸ਼ਾ ਮਨੋਰਥ ਭਨੀਏ। ਤੁਮ ਆਏ ਸੋ ਅਨਸਾਰ ਸਦਾ ਮੈਂ, ਬਛ ਸ਼ਬਛ ਮੇ ਗਨੀਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਚੱਲ ਕੇ ਭੈਣ ਜੀ ਦੇ ਘਰ ਆਏ, ਪਲੰਘੇ 'ਤੇ ਬੈਠੇ, ਸੁੱਖ ਸਾਂਦ ਪੁੱਛੀ ਹੈ। ਪਹਿਲਾ ਸਵਾਲ ਸੀ ਸਤਿਗੁਰਾਂ ਦਾ, ਭੈਣ ਜੀ ਆਪਣੇ ਮਨ ਦਾ ਮਨੋਰਥ ਦੱਸੋ। ਤੁਹਾਡੇ ਮਨ ਦੀ ਇੱਛਾ ਕੀ ਹੈ, ਚਾਹਤ ਕੀ ਹੈ? ਅਸੀਂ ਤੇ ਸਦਾ ਹੀ ਤੁਹਾਡੀ ਰਜ਼ਾ ਵਿੱਚ ਹਾਂ। ਮੈਂ ਸਦਾ ਹੀ ਤੁਹਾਡੇ ਹੁਕਮ ਦਾ ਬੱਧਿਆ ਹੋਇਆ ਹਾਂ। ਐਸਾ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ। ਤੁਸੀਂ ਹੁਕਮ ਕਰੋ ਤੇ ਮੈਂ ਮੰਨਾਂ ਨਾ। ਉਮਰ ਵਿੱਚ ਵੱਡੇ ਹੋ,
ਸਤਿਕਾਰਯੋਗ ਹੋ। ਜਿਸ ਵੇਲੇ ਇਹ ਪਿਆਰ ਦੇ ਵਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਸੁਭਾਵਿਕ ਰਸਨਾ ਤੋਂ ਆਖੇ, ਬੇਬੇ ਨਾਨਕੀ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ। ਇਹ ਬਚਨ ਬਹੁਤ ਵੱਡੇ ਆ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਦੀਨ ਦੁਨੀਆ ਲੋਚਦੀ ਹੈ। ਭੈਣ ਨਾਨਕੀ ਜੀ ਜਿਸ ਸਤਿਗੁਰ ਵੀਰ ਪਿਆਰੇ ਨੂੰ ਨਿਤ ਚੇਤੇ ਕਰਦੇ ਨੇ, ਉਹਨਾਂ ਨੇ ਬਚਨ ਕਹਿ ਦਿੱਤਾ ਵੀ ਆਪਣੇ ਮਨ ਦਾ ਮਨੋਰਥ ਦੱਸੋ, ਅਸੀਂ ਕਦੇ ਵੀ ਤੁਹਾਡਾ ਬਚਨ ਨਹੀਂ ਮੋੜ ਸਕਦੇ, ਕਦੇ ਵੀ ਤੁਹਾਡਾ ਹੁਕਮ ਸਾਥੋਂ ਟਾਲਿਆ ਜਾਣਾ ਨਹੀਂ। ਸੁਣਿਓ ਭਰਾਤ ਪਰਮੇਸ਼ਵਰ ਰੂਪਾ, ਜਗਤ ਰਚਿਓ ਜਿਹ ਮਾਇਆ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੇਬੇ ਨਾਨਕੀ ਭਾਵੁਕ ਹੋ ਕੇ ਰੋ ਕੇ ਆਖਣ ਲੱਗੇ, ਸਤਿਗੁਰੂ ਤੁਸੀਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹੋ, ਸ੍ਰਿਸ਼ਟੀ ਨੂੰ ਸਾਜਣ ਵਾਲੇ ਹੋ, ਇਹ ਸਭ ਕੁਝ ਚੰਦ ਸੂਰਜ ਤਾਰੇ ਤੁਸੀਂ ਆਪ ਬਣਾਇਆ ਹੋਇਆ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਆ ਸਭ ਕੁਝ ਬਣਾ ਕਰਕੇ ਤੁਸੀਂ ਆਪ ਵੇਖ ਰਹੇ ਹੋ। ਇਹ ਤੁਹਾਡਾ ਵਡੱਪਣ ਹੈ, ਤੁਹਾਡੀ ਨਿਮਰਤਾ ਹੈ। ਸਾਡੇ ਵਰਗੇ ਨਾ ਚੀਜ਼ ਮਨੁੱਖਾਂ ਨੂੰ ਤੁਸੀਂ ਇੰਨਾ ਮਾਣ ਦੇ ਰਹੇ ਹੋ। ਬੇਬੇ ਨਾਨਕੀ ਜੀ ਦੇ ਇਹ ਪਿਆਰ ਭਰੇ ਸ਼ਬਦ ਸੁਣ ਕੇ ਭਾਈ ਮਰਦਾਨਾ ਵੀ ਹੈਰਾਨ ਹੋ ਗਏ। ਕਿੰਨੀ ਨਿਮਰਤਾ ਦੇ ਵਿੱਚ ਉਹ ਸਤਿਗੁਰਾਂ ਦੇ ਸਨਮੁਖ ਬੇਨਤੀਆਂ ਦੇ ਰੂਪ ਵਿੱਚ ਪੇਸ਼ ਹੋ ਰਹੇ ਨੇ। ਸਤਿਆ ਲੇਕਰ ਤੁਮਰੀ ਸਿਰਜੇ, ਜੇ ਬ੍ਰਹਮੰਡ ਨਿਕਾਇਆ। ਕਿਉਂਕਿ ਸਾਹਿਬ ਜੀ ਆ ਤੁਹਾਡੀ ਸਤਿਆ ਤੋਂ ਹੀ ਖੰਡ ਬ੍ਰਹਮੰਡ ਬਣੇ ਹੋਏ ਨੇ। ਉਹ ਅਲੱਗ ਗੱਲ ਹੈ, ਤੁਸੀਂ ਆਪਣਾ ਆਪ ਜ਼ਾਹਰ ਨਹੀਂ ਕਰਦੇ, ਪਰ ਸਾਨੂੰ ਤੇ ਭੇਦ ਹੈ ਤੁਹਾਡਾ। ਅਸੀਂ ਤੇ ਜਾਣਦੇ ਹਾਂ ਤੁਸੀਂ ਕੌਣ ਹੋ। ਕੀ ਹੋਇਆ? ਦੁਨੀਆ ਨੇ ਤੁਹਾਡਾ ਭੇਦ ਨਹੀਂ ਜਾਣਿਆ। ਨਰਨ ਉਦਾਹਰਨ ਤਨ ਧਾਰਿਆ ਪੇ, ਵਿਚਰਤ ਹੈ ਜਗ ਮਾਹੀ। ਐ ਮੌਜ ਦੇ ਫਕੀਰਾ, ਸਾਨੂੰ ਪਤਾ ਹੈ ਤੁਸੀਂ ਤਨ ਕਿਉਂ ਧਾਰਿਆ ਹੈ। ਤੁਸੀਂ ਚਾਹੁੰਦੇ ਹੋ ਦੁਨੀਆ ਦਾ ਉਧਾਰ ਕਰਨਾ। ਜਿਸ ਮਕਸਦ ਲਈ ਤੁਸੀਂ ਆਏ ਹੋ, ਬੇਬੇ ਨਾਨਕੀ ਅੰਤਰਜਾਮੀ ਨੇ ਉਹਨਾਂ ਕਹਿ ਦਿੱਤਾ, ਮਹਾਰਾਜ ਅਸੀਂ ਭਲੀ ਪ੍ਰਕਾਰ ਜਾਣਦੇ ਹਾਂ, ਅਸੀਂ ਕਦੇ ਵੀ ਤੁਹਾਨੂੰ ਉਸ ਮਕਸਦ ਤੋਂ ਰੋਕ ਨਹੀਂ ਸਕਦੇ। ਕਿਉਂਕਿ ਮਰਦ ਨੇ ਪੁੱਛਿਆ ਨਾ ਵੀ ਤੁਹਾਡੇ ਮਨ ਦਾ ਮਨੋਰਥ ਕੀ ਹੈ, ਤੁਹਾਡੇ ਦਿਲ ਦੀ ਚਾਹਤ ਕੀ ਹੈ। ਭੈਣ ਜੀ ਦੱਸੋ, ਅਵਸ਼ ਪੂਰਾ ਹੋਏਗਾ। ਪਰ ਬੇਬੇ ਨਾਨਕੀ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਮਹਾਰਾਜ ਤੁਸੀਂ ਆਮ ਵਿਅਕਤੀ, ਸੰਸਾਰੀ ਮਨੁੱਖ ਨਹੀਂ ਹੋ। ਨਿਜ ਦਰਸ਼ਨ ਦੇਵਤ ਮੋਹਿ ਰਹੀਏ, ਆਵਰ ਲਾਲਸਾ ਨਾਹੀ। ਸਾਰੇ ਬਚਨ ਕਹਿਣ ਦਾ ਭਾਵ ਕੀ ਸੀ? ਤੁਸੀਂ ਆਮ ਨਹੀਂ ਹੋ, ਖਾਸ ਵੀ ਨਹੀਂ ਹੋ, ਤੁਸੀਂ ਤੇ ਸ੍ਰਿਸ਼ਟੀ ਬਣਾਉਣ ਵਾਲੇ ਹੋ। ਜਦੋਂ ਇੰਨੀ ਵੱਡੀ ਜ਼ਿੰਮੇਵਾਰੀ ਹੈ ਸ੍ਰਿਸ਼ਟੀ ਬ੍ਰਹਿਮੰਡ ਦੀ ਤੁਹਾਡੇ ਉੱਤੇ ਹੈ, ਗਰੀਬ ਨਵਾਜ਼ ਤੁਹਾਡੇ ਕੋਲ ਸਮਾਂ ਕਿਹੜਾ ਹੈ? ਪਰ ਹਾਂ ਸਾਡੀ ਆਸ ਹੈ, ਸਾਡਾ ਮਨੋਰਥ ਹੈ, ਅਸੀਂ ਜਦ ਜਦ ਤੁਹਾਨੂੰ ਚੇਤੇ ਕਰੀਏ ਤੁਹਾਡੇ ਦਰਸ਼ਨਾਂ ਦਾ ਝਲਕਾਰਾ ਮਿਲਦਾ ਰਹੇ। ਆਖੋ ਸਤਨਾਮ। ਸਿਰਫ ਇੰਨੀ ਚਾਹਤ ਹੈ। ਉਹਨਾਂ ਕਦੇ ਨਹੀਂ ਕਿਹਾ ਮਰਦ ਸਾਡੇ ਘਰ ਬੱਚਾ ਨਹੀਂ ਹੈ, ਪੁੱਤਰ ਨਹੀਂ ਹੈ, ਇੱਕ ਬਚਨ ਕਰ ਦਿਓ ਜੀ ਕਿਰਪਾ ਹੋ ਜੇ, ਕਦੇ ਨਹੀਂ ਮੰਗਿਆ। ਇੱਥੋਂ ਸਿੱਖ ਲੈਣਾ ਚਾਹੀਦਾ ਹੈ ਗੁਰੂ ਕਿਆਂ ਦੇ ਵਿੱਚ ਨਿਮਰਤਾ ਕਿੰਨੀ ਹੈ, ਸਬਰ ਕਿੰਨਾ ਹੈ, ਸੰਤੋਖ ਕਿੰਨਾ ਹੈ। ਅੱਜ ਅਸੀਂ ਉਹਨਾਂ ਚੀਜ਼ਾਂ ਪਿੱਛੇ ਭੱਜੇ ਫਿਰਦੇ ਹਾਂ ਜੋ ਵਾਹਿਗੁਰੂ ਨਹੀਂ ਦੇਣੀਆਂ ਚਾਹੁੰਦਾ। ਇਨਸਾਨ ਉਹਨਾਂ ਪਿੱਛੇ ਸਾਰੀ ਜ਼ਿੰਦਗੀ ਖਰਾਬ ਕਰ ਲੈਂਦਾ ਹੈ। ਪਰ ਬੇਬੇ ਨਾਨਕੀ ਜੀ ਨੇ ਮੰਗਿਆ ਕੀ ਹੈ? ਆਖਣ ਲੱਗੇ ਹਜ਼ੂਰ ਸਿਰਫ ਦਰਸ਼ਨ ਚਾਹੀਦੇ ਆ। ਕਿਉਂ ਚਾਹੀਦੇ ਦਰਸ਼ਨ? ਬਾਣੀ ਨੇ ਜਵਾਬ ਦਿੱਤਾ ਹੈ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੇਰੇ ਜੀਵਨ ਦਾ ਇਹ ਕਰਮ ਪੂਰਾ ਹੋ ਜੇ, ਮੈਂ ਤੇਰੇ ਦਰਸ਼ਨ ਵੇਖ ਵੇਖ ਦੇਖ ਦੇਖ ਜੀਵਾ। ਕੁਛ ਹੋਰ ਨਹੀਂ ਚਾਹੀਦਾ। ਮਨ ਦਾ ਮਨੋਰਥ ਪਾਤਸ਼ਾਹ ਸਿਰਫ ਇੰਨਾ ਹੈ, ਤੁਹਾਡੇ ਦਰਸ਼ਨ ਮਿਲ ਜਾਣ। ਹੁਣ ਸਾਡੇ ਲਈ ਤੇ ਇੱਕ ਛੋਟੀ ਜੀ ਗੱਲ ਹੈ, ਦਰਸ਼ਨ ਕੀ ਚੀਜ਼ ਹੈ? ਪਰ ਨਹੀਂ, ਜਿਨ੍ਹਾਂ ਨੂੰ ਦਰਸ਼ਨਾਂ ਦੀ ਲੋਚਾ ਹੈ, ਜਿਨ੍ਹਾਂ ਨੂੰ ਦਰਸ਼ਨਾਂ ਦੀ ਚਾਹਤ ਹੈ, ਉਹਨਾਂ ਨੂੰ ਪੁੱਛ ਕੇ ਵੇਖੋ, ਦਰਸ਼ਨ ਦੇਖੇ ਕੀ ਵਡਿਆਈ। ਦਰਸ਼ਨਾਂ ਦੀ ਵਡਿਆਈ ਕੀ ਹੈ? ਇਹਨਾਂ ਦਰਸ਼ਨਾਂ ਵਾਸਤੇ ਕਿੰਨੇ ਕਿੰਨੇ ਜਨਮ ਧਾਰਨ ਕਰਨੇ ਪੈਂਦੇ ਨੇ। ਇਹ ਇੱਕ ਭਾਵਨਾ ਦੀ ਅਵਸਥਾ ਹੈ। ਬੇਬੇ ਨਾਨਕੀ ਜੀ ਦੇ ਨੇਤਰ ਭਰੇ ਨੇ ਹੰਝੂਆਂ ਦੇ ਨਾਲ, ਹੱਥ ਜੋੜੇ ਹੋਏ ਨੇ।
ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਕੇ ਦੀਦਾਰ ਬਖਸ਼ ਦਿਆ ਕਰੋ। ਕਾਹੇ ਵਸਤ ਕੀ ਚਾਹੇ ਜੇ ਹੋਵੇ, ਲਿਹੋ ਮੰਗਾਏ ਨਿਸੰਗਾ। ਤੇ ਸਤਿਗੁਰੂ ਜੀ ਇੱਕ ਬੇਨਤੀ ਹੋਰ, ਮਹਾਰਾਜ ਕਹਿੰਦੇ ਸੀ ਭੈਣ ਜੀ ਮੰਗ ਲਓ ਕੁਛ, ਕਹਿੰਦੇ ਮੈਂ ਕੁਛ ਨਹੀਂ ਮੰਗਣਾ, ਕਿਉਂਕਿ ਕੁਛ ਸ਼ਬਦ ਆ ਨਾ ਜਿਹੜਾ ਇਹ ਨਾਸ਼ਵੰਤ ਹੈ। ਜੋ ਦਿਸਦਾ ਹੈ ਸਭ ਝੂਠਾ ਹੈ, ਸਭ ਝੂਠ ਦਾ ਪਸਾਰਾ ਹੈ। ਜੋ ਦਿਸਦਾ ਹੈ ਉਹਨੇ ਨਾਲ ਨਹੀਂ ਜਾਣਾ, ਜਿਹਨੇ ਨਾਲ ਜਾਣਾ ਹੈ ਉਹ ਦਿਸਦਾ ਕਦੇ ਨਹੀਂ। ਤੇ ਫਿਰ ਭੈਣ ਜੀ ਬੜੇ ਪਿਆਰ ਵਿੱਚ ਪ੍ਰੇਮ 'ਚ ਭਿੱਜ ਕੇ ਆਖਣ ਲੱਗੇ, ਮਹਾਰਾਜ ਕਦੇ ਕਿਸੇ ਵਸਤੂ ਦੀ ਲੋੜ ਹੋਵੇ ਹੁਕਮ ਭੇਜ ਦਿਆ ਕਰੋ ਸਰੀਰਕ ਤੌਰ ਤੇ। ਵੈਸੇ ਤੇ ਤੁਸੀਂ ਆਪ ਮਾਲਕ ਹੋ, ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ ਹੈ, ਪੂਰੇ ਬ੍ਰਹਿਮੰਡ ਕੋਲ ਤੁਹਾਡੀਆਂ ਦਾਤਾਂ ਨੇ, ਪਰ ਫਿਰ ਵੀ ਕਦੇ ਆਪ ਜੀ ਨੂੰ ਕੋਈ ਚਾਹਤ ਹੁੰਦੀ ਹੈ ਨਸੰਗ ਹੋ ਕੇ, ਬੇਪਰਵਾਹ ਹੋ ਕੇ ਹੁਕਮ ਕਰਿਆ ਕਰੋ। ਨਸੰਗ ਕਿਉਂ ਕਿਹਾ? ਕਦੇ ਇਹ ਨਾ ਸ਼ਰਮਾਓ, ਅਸੀਂ ਭੈਣ ਜੀਆਂ ਤੇ ਭਾਰ ਬਣੇ ਹੋਏ ਆ। ਭੈਣਾਂ ਤੋਂ ਮੰਗਣਾ ਸੌਖਾ ਥੋੜੀ ਹੈ, ਪਰ ਇਹ ਭੈਣ ਕੋਈ ਸੰਸਾਰੀ ਨਹੀਂ। ਇਸੇ ਕਰਕੇ ਆਖਦੇ ਆ ਵੀਰ ਜੀ, ਜਦ ਕਿਸੇ ਵਸਤੂ ਦੀ ਲੋੜ ਹੋਵੇ ਸਾਨੂੰ ਸੇਵਾ ਦਾ ਮੌਕਾ ਦੇ ਦਿਆ ਕਰੋ। ਆਸਵੰਦ ਹੋਵਾਂਗੇ, ਚਾਹਤ ਰੱਖਾਂਗੇ, ਤੁਸੀਂ ਸਾਨੂੰ ਇਹਦੇ ਲਾਇਕ ਸਮਝੋਗੇ। ਸ਼ਿਵ ਸਿਰ ਸਰ ਮੁਰ ਹੋਰ ਕਰੁਣਾ ਕਰ, ਤਵ ਕੀਰਤ ਵੈ ਗੰਗਾ। ਉਸ ਵੇਲੇ ਬੜਾ ਸੋਹਣਾ ਪ੍ਰਮਾਣ ਦਿੱਤਾ ਏ ਬੇਬੇ ਨਾਨਕੀ ਜੀ ਨੇ, ਮਹਾਰਾਜ ਸ਼ਿਵ ਜੀ ਦੇ ਸਿਰ ਵਰਗਾ ਸਾਡਾ ਸਰੀਰ ਹੋਵੇ, ਸਾਡੀ ਰੂਹ ਹੋਵੇ। ਸਨਾਤਨ ਮਤ ਵਿੱਚ ਮੰਨਿਆ ਜਾਂਦਾ ਵੀ ਗੰਗਾ ਸ਼ਿਵ ਜੀ ਦੇ ਜੂੜੇ 'ਚ ਹੈ, ਸ਼ਿਵ ਦੇ। ਚੰਦਰਮਾ ਵੀ ਉੱਥੇ ਹੀ ਹੈ, ਇਹ ਮੰਨਿਆ ਜਾਂਦਾ, ਪਰ ਹੈ ਥੋੜੀ ਹੈ। ਚੰਦ ਇੱਥੋਂ ਕਿੰਨੀ ਦੂਰੀ ਹੈ? 3,82,000 ਕਿਲੋਮੀਟਰ ਦੂਰ ਹੈ ਇਸ ਧਰਤੀ ਤੋਂ। ਹੁਣ ਧਰਤੀ ਦੇ ਕਿਹੜੇ ਪੋਲ ਤੋਂ ਇਹ ਮਿਣਤੀ ਹੈ? ਇਹ ਘੱਟ ਵੱਧ ਹੋ ਸਕਦੀ, ਕੁਝ ਸੈਂਕੜੇ ਕਿਲੋਮੀਟਰ। ਤੇ ਐਡਾ ਵੱਡਾ ਸਿਰ ਕਿਹਦਾ ਜੀ, ਜਿਹੜਾ 4 ਲੱਖ ਕਿਲੋਮੀਟਰ ਦੂਰ ਚੰਦਰਮਾ ਤੇ ਕਿਸੇ ਦੇ ਜੂੜੇ 'ਚ ਫਸਿਆ ਹੋਵੇ? ਇੱਕ ਭਾਵਨਾ ਦਾ ਵਾਚਕ ਹੈ। ਜਿਵੇਂ ਆਪਾਂ ਪਰਮਾਤਮਾ ਨੂੰ ਮੰਨਦੇ ਹਾਂ ਵੀ ਆ ਸਾਰੀ ਸ੍ਰਿਸ਼ਟੀ ਤੇਰੀ ਹੈ, ਧਰਤੀ ਤੇਰੇ ਚਰਨ ਨੇ, ਆਕਾਸ਼ ਤੇਰਾ ਸੀਸ ਹੈ, ਸਿਰਫ ਉਸ ਸੰਦਰਭ ਦੇ ਵਿੱਚ ਸਨਾਤਨ ਮਤ ਨੇ ਮੰਨਿਆ ਵੀ ਸ਼ਿਵ ਜੀ ਦਾ ਬਹੁਤ ਵੱਡਾ ਵਿਸ਼ਾਲ ਸਿਰ ਹੈ। ਤੇ ਕਹਿੰਦੇ ਆਹ ਗੰਗਾ ਉਹਦੀਆਂ ਜਟਾਵਾਂ 'ਚੋਂ ਨਿਕਲਦੀ ਹੈ। ਪਾਤਸ਼ਾਹ ਆਪ ਵਿਸ਼ਾਲ ਹੋ, ਤੁਹਾਡੀ ਕਿਰਪਾ ਦੀ ਗੰਗਾ ਨਾ ਸਾਡੇ ਸੀਸ ਵਿੱਚ ਵਗਦੀ ਹੈ। ਕਿਰਪਾ ਕਿੱਥੇ ਹੁੰਦੀ ਹੈ? ਮਸਤਕ ਤੇ, ਸੀਸ ਤੇ, ਸਿਰ ਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਬੇਬੇ ਨਾਨਕੀ ਜੀ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਮਨ ਗਦ-ਗਦ ਹੋ ਗਿਆ, ਕਿਉਂਕਿ ਇੰਨਾ ਪ੍ਰੇਮ। ਇੱਥੇ ਭੈਣ ਭਰਾ ਦਾ ਰਿਸ਼ਤਾ ਨਹੀਂ, ਕੇਵਲ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਇੱਕ ਭੈਣ ਨੇ ਆਪਣੇ ਵੀਰ ਦੇ ਵਿੱਚੋਂ ਰੱਬ ਵੇਖਿਆ, ਪਰਮਾਤਮਾ ਵੇਖਿਆ। ਆਖਣ ਲੱਗੇ ਮਹਾਰਾਜ ਤੁਸੀਂ ਕਰੁਣਾਕਰ ਹੋ, ਦਇਆ ਦੇ ਸਮੁੰਦਰ ਹੋ। ਬਦਨ ਬਦਿਓ ਬਚ ਸੁਣੋ ਸੋਦਰੀ, ਯਾਦ ਹਿਰਦੇ ਕਰ ਜਬ ਹੀ। ਇੰਨੇ ਪ੍ਰਸੰਨ ਸਤਿਗੁਰ ਹੋਏ। ਸ਼ਬਦ ਸੀ ਗੁਰੂ ਨਾਨਕ ਸਾਹਿਬ ਦੇ। ਮਰਦ ਕਹਿੰਦੇ ਭੈਣੇ ਮੇਰੀਏ, ਆ ਸ਼ਬਦ ਦੁਬਾਰਾ ਨਾ ਕਿਹੋ। ਇਹ ਵੱਡਪਣ ਹੈ ਰੱਬ ਦਾ, ਵੱਡਾਪਣ। ਤੁਸੀਂ ਲੱਖ ਵੱਡੇ ਹੋ ਜੋ, ਵੱਡੇ ਹੋ ਕੇ ਜੇ ਨੀਵੇਂ ਹੋ ਕੇ ਰਹੋਗੇ ਨਾ, ਸਮਾਜ ਤੁਹਾਨੂੰ ਡਾਊਨ ਟੂ ਅਰਥ ਕਹਿ ਕੇ ਤੁਹਾਡੀ ਇੱਜ਼ਤ ਪਿੱਠ ਪਿੱਛੋਂ ਵੀ ਕਰੇਗਾ। ਤੁਸੀਂ ਛੋਟੇ ਹੋ ਕੇ ਵੀ ਆਪਣੀ ਔਕਾਤ ਭੁੱਲੋਗੇ ਨਾ, ਵੱਡੀਆਂ ਵੱਡੀਆਂ ਗੱਲਾਂ ਕਰੋਗੇ, ਲੋਕੀ ਮੂੰਹ ਤੇ ਵੀ ਕਹਿ ਜਾਂਦੇ ਐਨੇ ਜੋਗਾ ਨਹੀਂ ਜੱਡੀਆਂ ਗੱਲਾਂ ਕਰਦਾ, ਕਹਿ ਜਾਂਦੇ ਆ। ਪਰ ਨਿਮਰਤਾ ਸਤਿਗੁਰਾਂ ਦੀ, ਵੱਡਪਨ ਕਿੰਨਾ ਵੱਡਾ ਹੈ। ਰੱਬ ਹੋ ਕੇ, ਨਿਰੰਕਾਰ ਹੋ ਕੇ ਬੇਬੇ ਨਾਨਕੀ ਜੀ ਨੂੰ ਆਖਣ ਲੱਗੇ ਭੈਣੇ, ਜਦ ਜਦ ਯਾਦ ਕਰੋਗੇ, ਚੇਤੇ ਕਰੋਗੇ, ਖਿਆਲ ਕਰੋਗੇ, ਆਵਾਜ਼ ਦਓਗੇ। ਜ਼ੁਬਾਨ ਤੋਂ ਨਹੀਂ, ਦਿਲੋਂ। ਅਰਦਾਸ ਤੇ ਹਿਰਦੇ ਤੋਂ ਸੁਣੀ ਜਾਂਦੀ ਹੈ। ਸਾਡੀਆਂ ਜ਼ੁਬਾਨਾਂ ਦੀਆਂ ਕੀਤੀਆਂ ਅਰਦਾਸਾਂ ਤੇ ਪਿੱਛੇ ਖੜੇ ਨੂੰ ਨਹੀਂ ਸੁਣਦੀਆਂ, ਤੇ ਦਿਲ ਦੀ ਉਹ ਸੁਣ ਲੈਂਦਾ। ਤੁਸੀਂ ਕਿਤੇ ਵੀ ਖੜ ਕੇ ਕਰ ਲਓ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਭੈਣੇ, ਇਹ ਤੁਹਾਡਾ ਹੱਕ ਹੈ, ਮੰਗ ਨਹੀਂ ਹੈ। ਇੱਕ ਭੈਣ ਆਪਣੇ ਵੀਰ ਦੀਆਂ ਮਿੰਨਤਾਂ ਕਰ ਸਕਦੀ ਹੈ ਵੀ ਵੀਰੇ ਤੈਨੂੰ ਮਿਲਣਾ ਚਾਹੁੰਦੀ ਆ, ਤੂੰ ਕਾਦਾ ਆਏਗਾ? ਨਹੀਂ। ਦੁਨਿਆਵੀ ਤੌਰ ਤੇ ਵੀ ਭੈਣ ਕੋਲ ਹੱਕ ਆਪਣੇ ਵੀਰ ਨੂੰ ਬੁਲਾਉਣ ਦਾ, ਪਰ ਇੱਥੇ ਅਵਸਥਾ ਹੀ ਬੜੀ ਡੂੰਘੀ ਹੈ। ਗੁਰੂ ਪਾਤਸ਼ਾਹ ਕਹਿੰਦੇ ਭੈਣੇ
ਜਦ ਜਦ ਯਾਦ ਕਰਿਆ ਕਰੋਗੇ, ਜਦੋਂ ਜਦੋਂ ਚੇਤੇ ਕਰਿਆ ਕਰੋਗੇ। ਦੂਰ ਨਿਕਟ ਕਾਜੈ ਅਨ ਕਾਜੋ, ਦ੍ਰੁਤ ਆਉ ਮੈਂ ਤਬ ਹੀ। ਅਸੀਂ ਭਾਵੇਂ ਦੂਰ ਹੋਈਏ, ਭਾਵੇਂ ਹੋਈਏ ਨੇੜੇ, ਕੰਮ ਭਾਵੇਂ ਕੋਈ ਸੌਖਾ ਹੋਵੇ, ਹੋਵੇ ਭਾਵੇਂ ਔਖਾ। ਦੂਰ ਤੋਂ ਭਾਵ ਕੀ? ਅਖੰਡ ਬ੍ਰਹਿਮੰਡ, ਦੂਜੀਆਂ ਧਰਤੀਆਂ, ਹੋਰ ਦੇਸ਼, ਹੋਰ ਲੋਕ, ਅਸੀਂ ਚੱਲ ਕੇ ਆਇਆ ਕਰਾਂਗੇ। ਤੁਸੀਂ ਇੱਕ ਫੁਰਨਾ ਕਰੋਗੇ, ਇੱਕ ਵਾਰ ਅਰਦਾਸ ਕਰੋਗੇ। ਅਰਦਾਸ ਦਾ ਅਰਥ ਕੀ ਹੁੰਦਾ? ਬੇਨਤੀ। ਇਹ ਤੋਂ ਵੱਧ ਕੇ ਕੋਈ ਸ਼ਬਦ ਨਹੀਂ ਹੈ। ਅਰਦਾਸ ਭਾਵ ਬੇਨਤੀ, ਹਿਰਦੇ ਦੀ। ਅਰਜ ਪਲੱਸ ਦਸਤ, ਦਸਤ ਨਾਮ ਹੁੰਦਾ ਹੈ ਹੱਥਾਂ ਦਾ, ਅਰਜ ਨਾਮ ਹੁੰਦਾ ਬੇਨਤੀ ਦਾ, ਰਿਕੁਐਸਟ। ਦੋਨੋਂ ਹੱਥ ਜੋੜ ਕੇ ਕੀਤੀ ਹੋਵੇ ਪ੍ਰੇਅਰ, ਪੁਕਾਰ, ਉਹਨੂੰ ਅਰਦਾਸ ਕਹਿੰਦੇ ਆ। ਮਰਦ ਕਹਿੰਦੇ ਤੁਸੀਂ ਦਿਲੋਂ ਅਰਦਾਸ ਕਰੋਗੇ ਨਾ, ਯਾਦ ਕਰੋਗੇ, ਮੈਂ ਦੂਰ ਹੋਵਾਂ, ਨੇੜੇ ਹੋਵਾਂ, ਪਾਸ ਹੋਵਾਂ, ਕਰੀਬ ਹੋਵਾਂ, ਔਖਾ ਹੋਵਾਂ, ਸੌਖਾ ਹੋਵਾਂ, ਉਸੇ ਪਲ, ਉਸੇ ਛਿਨ ਤੁਹਾਡੇ ਪਾਸ ਆਵਾਂਗੇ। ਸੁਣ ਹਰਖੀ ਪੁਨ ਹੂਤ ਅਰਾਲਕ, ਬੋ ਬਿਦਿਅਸਨ ਕਰਾਇਓ। ਬੜੇ ਪ੍ਰਸੰਨ ਹੋਏ ਬੇਬੇ ਨਾਨਕੀ, ਦੂਰੋਂ ਨਮਸਕਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰ ਦਿੱਤੀ। ਅੱਜ ਮਰਦ ਨੇ ਬਚਨ ਦਿੱਤਾ, ਇਹ ਕਿਹਾ ਅੱਗੇ ਵੀ ਸੀ ਇੱਕ ਵਾਰ ਵੀ ਭੈਣ ਜੀ ਜਦ ਵੀ ਯਾਦ ਕਰੋਗੇ ਆਵਾਂਗੇ। ਜਦੋਂ ਵੇਈ ਨਦੀ ਪ੍ਰਵੇਸ਼ ਹੋਏ ਮਹਾਰਾਜ ਸੁਲਤਾਨਪੁਰ, 2 ਦਿਨ ਤੱਕ ਦੁਨੀਆ ਲੱਭਦੀ ਰਹੀ ਹੈ। ਸਿਰਫ ਇੱਕ ਰਾਤ ਭੈਣ ਜੀ ਨੇ ਚੌਂਕੜਾ ਲਾ ਕੇ ਸਤਿਗੁਰਾਂ ਨੂੰ ਅਰਦਾਸ ਕੀਤੀ ਹੈ, ਪਾਤਸ਼ਾਹ ਆ ਜਾਓ, ਫਿਰ ਸਵੇਰ ਹੁੰਦੇ ਆਗੇ। ਪਰ ਉੱਥੇ ਵੀ ਸਮਾਂ ਲੱਗਿਆ, ਉੱਥੇ 12 ਘੰਟੇ ਲੱਗੇ ਅਰਦਾਸ ਪਹੁੰਚਣ ਵਿੱਚ ਸਮਾਂ। ਭਾਵੇਂ ਗੁਰੂ ਸਾਹਿਬ ਸੱਚਖੰਡ ਗਏ ਆ, ਇੱਕ ਸੇਵਕ ਦੀ ਅਰਦਾਸ ਸੱਚਖੰਡ ਪਹੁੰਚਦਿਆਂ 12 ਘੰਟੇ ਲੈ ਗਈ। ਆਪ ਜੀ ਨੇ ਸੁਣਿਆ ਸ਼ਾਮੀ ਚੌਂਕੜਾ ਲਾ ਕੇ ਬੈਠੇ ਸੀ ਬੇਬੇ ਨਾਨਕੀ ਜੀ, ਅੰਮ੍ਰਿਤ ਵੇਲਾ ਹੋ ਗਿਆ ਤੇ ਫਿਰ ਆ ਕੇ ਚੌਂਕੜਾ ਖਲਾਇਆ ਗੁਰੂ ਸਾਹਿਬ ਨੇ। ਮਰਜ ਸਾਹਮਣੇ ਖੜੇ, ਜਦੋਂ ਨੇਤਰ ਖੋਲੇ ਉਹਨਾਂ ਵੇਖਿਆ ਗੁਰੂ ਸਾਹਿਬ ਘਰੇ ਆ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਇੱਕ ਪਲ ਇੱਕ ਛਿਨ। ਇਹਨੂੰ ਕਹਿਣ ਵਿੱਚ ਵੀ ਸਮਾਂ ਲੱਗਦਾ ਹੈ। ਅੱਖ ਦੀ ਪਲਕ ਖੋਲਿਆ ਕਿੰਨਾ ਕੁ ਸਮਾਂ ਲੱਗਦਾ ਜੀ? ਮਰਦ ਕਹਿੰਦੇ ਇੰਨੇ ਝੱਟ ਚੁਟਕੀ ਚ ਆ ਜਾਇਆ ਕਰਾਂਗੇ, ਆਖੋ ਸਤਨਾਮ। ਇਹ ਬਚਨ ਮਰਦ ਨੇ ਪੁਗਾਏ ਆ। ਆਉਣ ਵਾਲੇ ਸਮੇਂ 'ਚ ਤੁਸੀਂ ਸੁਣੋਗੇ ਇਤਿਹਾਸ, ਕਿਤੇ ਵੀ ਮਰਦ ਹੋਣਗੇ, ਕਿਤੇ ਵੀ ਹੋਣ ਜੀ, ਭਾਵੇਂ ਯੂਰਪ ਦੀ ਧਰਤੀ ਤੇ ਹੋਣ, ਕਿਸੇ ਹੋਰ ਕੰਟਰੀ ਵਿੱਚ ਹੋਣ, ਕਿਉਂਕਿ ਅੱਜ ਕੱਲ੍ਹ ਕੰਟਰੀਆਂ ਦੇ ਨਾਮ ਚੇਂਜ ਹੁੰਦੇ ਜਾ ਰਹੇ ਆ ਤੇ ਹੋਏ ਵੀ ਆ। ਉਹਨਾਂ ਸਮਿਆਂ ਦੇ ਵਿੱਚ ਬਹੁਤੇ ਨਾਮ ਨਹੀਂ ਸੀ, ਸਿੱਧੇ ਸਾਦੇ ਨਾਮ ਸੀ। ਗੁਰੂ ਸਾਹਿਬ ਨੇ ਬ੍ਰਹਿਮੰਡ ਦਾ ਭ੍ਰਮਣ ਕੀਤਾ ਹੈ। ਮੱਤ ਭੁਲੇਖਾ ਰੱਖੋ, ਸਤਿਗੁਰੂ ਏਸ਼ੀਆ ਤੇ ਅਰਬ ਵਿੱਚ ਹੀ ਗਏ ਆ। ਉਹ ਕਿਹੜੀਆਂ ਥਾਵਾਂ ਨੇ? ਯੂਰਪ, ਅਮਰੀਕਾ, ਕੈਨੇਡਾ, ਜਿੱਥੇ ਜਿੱਥੇ ਤੱਕ ਇਹ ਰਿਸਰਚਾਂ ਨਿਕਲ ਚੁੱਕੀਆਂ ਨੇ, ਸਤਿਗੁਰਾਂ ਦੇ ਚਰਨ ਪਏ ਹੋਏ। ਸਪੇਨ, ਇਟਲੀ ਤੇ ਆਮ ਥਾਵਾਂ ਨੇ ਜਿੱਥੇ ਗੁਰੂ ਸਾਹਿਬ ਨੇ ਚਰਚਾ ਕੀਤੀ ਹੈ, ਜਨਮ ਸਾਖੀਆਂ ਵਿੱਚ ਦਰਜ ਨੇ। ਧੰਨ ਗੁਰੂ ਨਾਨਕ ਸਾਹਿਬ ਮਰਜ ਕਹਿੰਦੇ ਭੈਣੇ ਇੱਕ ਛਿਨ ਵਿੱਚ ਆ ਜਾਇਆ ਕਰਾਂਗੇ। ਖੁਸ਼ ਹੋਏ, ਮਨ ਦਾ ਮਨੋਰਥ ਪੂਰਾ ਹੋ ਗਿਆ। ਤੇ ਜੇ ਕੋਈ ਆਪਣੇ ਵਰਗਾ ਹੁੰਦਾ ਉਹਨੇ ਕਹਿਣਾ ਸੀ ਮਰਜ ਮੈਂ ਤੇ ਇੱਥੋਂ ਕੀ ਲੈਣਾ ਹੈ? ਜੇ ਤੁਸੀਂ ਅੱਜ ਕੁਝ ਦੇਣ ਆਏ ਹੋ ਨਾ, ਬਾ ਕਿਰਪਾ ਕਰੋ ਮੈਂ ਇੰਨਾ ਅਮੀਰ ਹੋ ਜਾ, ਮੇਰੇ ਮਰਿਆਂ ਤੋਂ ਬਾਅਦ ਵੀ ਮਸ਼ੀਨਾਂ ਨੋਟ ਨਾ ਗਿਣਨਾ। ਆਖੋ ਸਤਨਾਮ। ਆਹ ਬੇਨਤੀ ਹੈ ਸਾਡੀ। ਤੇ ਦੁਨੀਆ ਇੱਥੇ ਖੜੀ ਹੈ ਤੇ ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਾਡੀਆਂ ਤੇ ਜਿਹੜੀਆਂ ਮੰਗਾਂ ਨੇ ਦਿਖਾਵੇ ਵਾਲੀਆਂ, ਬਨਾਵਟੀ ਨੇ। ਅਸੀਂ ਜਿਹੜੇ ਕੰਮਾਂ ਵਿੱਚ ਜੰਮੇ ਸੀ ਉਹੀ ਕੰਮ ਮੰਗਦੇ ਫਿਰਦੇ ਹਾਂ। ਮਰਦ ਕਹਿੰਦੇ ਤੇਰਾ ਜਨਮ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਏ ਤੇਰੀ ਭਰੀਆ। ਵਾਰੀ ਤੇ ਰੱਬ ਨੂੰ ਮਿਲਣ ਦੀ ਹੈ, ਮੈਂ ਕਹਿੰਦਾ ਮੈਨੂੰ ਵੀਜ਼ਾ ਮਿਲ ਜੇ। ਵਾਰੀ ਤੇ ਪਰਮਾਤਮਾ ਨੂੰ ਮਿਲਣ ਦੀ ਹੈ ਤੇ ਮੇਰੇ ਵਰਗਾ ਕਹਿੰਦਾ ਵਾਹਿਗੁਰੂ ਜੀ ਸਿਟੀਜ਼ਨਸ਼ਿਪ ਦਵਾ ਦਿਓ ਜੀ, ਪੈਨਸ਼ਨ ਵੀ ਲਵਾ ਦਿਓ ਜੀ, ਆਹ ਵੀ ਕਰਾ ਦਿਓ ਜੀ। ਉਹ ਇਹ ਤੇ ਆਪਣੇ ਆਪ ਹੀ ਹੋਈ ਜਾਣਾ ਹੈ। ਤੇਰੇ ਕਰਮ ਹੋਣਗੇ। ਕਰਮ ਕਦੇ ਮੰਗਣੇ ਨਹੀਂ ਪੈਂਦੇ, ਉਹ ਲਿਖੇ ਹੁੰਦੇ ਆ। ਜੋ ਤੇਰੇ ਕਰਮਾਂ 'ਚ ਰੱਬ ਨੇ ਲਿਖਤਾ ਉਹਨੂੰ ਮੰਗਦਾ ਕਿਉਂ ਫਿਰਦਾ? ਇਹ ਨਹੀਂ ਸਾਨੂੰ ਅੱਜ ਤੱਕ ਸਮਝ ਆਇਆ ਵੀ ਜੋ ਸਾਡੇ ਕਰਮਾਂ ਵਿੱਚ ਨਹੀਂ ਉਹ ਮੰਗਿਆ ਵੀ ਨਹੀਂ ਮਿਲਣਾ। ਬੜੇ ਲੋਕ ਤੁਸੀਂ ਵੇਖੇ ਹੋਣੇ, ਪੁੱਤ ਨਹੀਂ ਹੋਇਆ ਘਰਾਂ 'ਚ, ਪੁੱਛੋ ਕਹਿੰਦੇ ਜੀ 40 ਸਾਲ ਹੋ ਗਏ ਅਰਦਾਸਾਂ ਕਰਾਉਂਦਿਆਂ ਨੂੰ, ਕੋਈ ਦਰ ਨਹੀਂ ਛੱਡਿਆ। ਹੋ ਕਿਉਂ ਨਹੀਂ ਰਿਹਾ? ਸਬਰ ਕਰ, ਪਰਮਾਤਮਾ ਨੇ ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂ। ਭਗਤੀ ਕਰਦਾ ਤੂੰ ਉਹ ਚੀਜ਼ਾਂ ਮੰਗਦਾ ਜੋ ਬਿਨਾਂ ਮੰਗਿਆਂ ਪਾਪੀਆਂ ਨੂੰ ਵੀ ਮਿਲ ਜਾਂਦੀਆਂ। ਕਦੇ ਪਾਪੀ ਤੇ ਨਾਸਤਕ ਬੰਦਾ ਮੰਗਣ ਜਾਂਦਾ ਵੀ ਰੱਬ ਜੀ ਪੁੱਤ ਦੇ ਦਿਓ ਜੀ, ਧੀ ਦੇ ਦਿਓ ਜੀ, ਔਰ ਦੁਨੀਆ ਨਾਲੋਂ ਸੋਹਣੇ ਹੁੰਦੇ ਬੱਚੇ ਉਹਨਾਂ ਦੇ, ਪਾਪੀ ਬੰਦੇ ਦੇ। ਫਿਰ ਇਹਦਾ ਮਤਲਬ ਉਹ ਤੇ ਰੱਬ ਨੂੰ ਮੰਨਦੇ ਨਹੀਂ। ਕਈ ਤੇ ਕਹਿੰਦੇ ਰੱਬ ਹੈ ਹੀ ਨਹੀਂ, ਜਿੱਦਾਂ ਸਾਇੰਟਿਸਟ ਨੇ ਕਿ ਉਹਨਾਂ ਦੇ ਪਰਿਵਾਰ ਨਹੀਂ ਹੁੰਦੇ। ਪਰਮਾਤਮਾ ਨੇ ਜੋ ਕਰਮਾਂ 'ਚ ਲਿਖਿਆ ਮਿਲ ਜਾਣਾ। ਕਈ ਵਾਰ ਮੰਗਿਆਂ ਵੀ ਮਿਲ ਜਾਂਦਾ, ਪਰ ਸਤਿਗੁਰ ਕਹਿੰਦੇ ਮੰਗਣਾ ਕਿਉਂ ਹੈ? ਮੰਗ ਰੱਬ ਨੂੰ। ਤੇ ਸਾਡੀ ਬਿਰਤੀ ਦਾਤ ਪਿਆਰੀ ਵਿਸਰਿਆ ਦਾ ਤਾਰਾ।
ਸਾਨੂੰ ਦਾਤੇ ਦੀ ਜੇ ਲੋੜ ਵੀ ਹੈ ਨਾ, ਪਤਾ ਕਿੱਥੇ ਤੱਕ ਹੈ, ਅਸੀਂ ਰਹਿ ਰਸ ਸਭ ਕਰਦੇ ਹਾਂ, ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਇਹੀ ਮੰਗਦੇ ਹਾਂ, ਮਹਾਰਾਜ ਆਹ ਦੇ ਦਿਓ ਜੀ ਪਦਾਰਥ, ਆਹ ਵੀ ਦੇ ਦਿਓ। ਕੀ ਮੰਗਣਾ ਸੀ? ਪਾਤਸ਼ਾਹ ਨਾਮ ਦੀ ਦਾਤ ਦੇ ਦਿਓ, ਮੈਨੂੰ ਕੁਝ ਹੋਰ ਨਹੀਂ ਚਾਹੀਦਾ। ਜਿੱਦਣ ਨਾਮ ਮੰਗਣ ਲੱਗ ਪਏ ਉਦਣ ਨਾਮੀ ਤੇ ਨਾਮ ਤੇ ਜਿਸ ਦਾ ਨਾਮ ਹੈ ਤਿੰਨੇ ਇੱਕ ਹੋ ਜਾਣਗੇ। ਤੇ ਰੱਬ ਜਿਹਦਾ ਹੋ ਗਿਆ ਜੀ, ਉਹਨੂੰ ਮੰਗਣ ਦੀ ਲੋੜ ਹੈ ਕੁਛ? ਜਿਹਨੇ ਰੱਬ ਨੂੰ ਮੰਗ ਲਿਆ ਉਹ ਕੁਝ ਹੋਰ ਮੰਗ ਸਕਦਾ? ਬੇਬੇ ਨਾਨਕੀ ਜੀ ਦੀ ਮੰਗ ਵੇਖੋ, ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ। ਸਤਿਗੁਰ ਕਹਿੰਦੇ ਠੀਕ ਹੈ, ਛਿੰਨ ਚ ਆ ਜਾਇਆ ਕਰਾਂਗੇ। ਕਿ ਅੱਜ ਬੇਬੇ ਨਾਨਕੀ ਨੂੰ ਦੁਨਿਆਵੀ ਪਦਾਰਥ ਮੰਗਣ ਦੀ ਲੋੜ ਹੈ? ਉਹ ਜਿਹਦੇ ਵਸ ਵਿੱਚ ਰੱਬ ਆ ਗਿਆ ਉਹਨੇ ਜਹਾਨ ਤੋਂ ਕੀ ਲੈਣਾ? ਆਖੋ ਸਤਨਾਮ। ਕੀ ਲੈਣਾ ਜਹਾਨ ਤੋਂ? ਆ ਸਾਰਾ ਸੰਸਾਰ ਜਿਹਦੇ ਵਿੱਚ ਹੈ ਮਨਾ, ਉਹ ਤੇਰੇ ਵਸ ਆ ਜਾਊਗਾ। ਇਹ ਖੇਡ ਵੱਡੀ ਹੈ। ਅੱਜ ਸਿਰਫ ਧਰਮ ਬਨਾਵਟਾਂ ਵਿੱਚ ਰਹਿ ਗਏ, ਆਹ ਮੰਗ ਲਓ, ਆਹ ਮੰਗ ਲਓ, ਮੰਗਾਂ ਤੱਕ ਹੀ ਸੀਮਤਾਂ, ਭਗਤੀ ਤੋਂ ਬਿਹੂਣੇ ਫਿਰਦੇ ਆ, ਖਾਲੀ ਫਿਰਦੇ ਆ। ਬਾਰ-ਬਾਰ ਬਾਣੀ ਕਹਿੰਦੀ ਆ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਇਹਦੇ ਅਰਥ ਥੋੜਾ ਸੀ ਕਰਨੇ ਆ, ਕਿਉਂਕਿ ਬਾਬਾ ਜੀ ਇਹ ਪੰਕਤੀਆਂ ਸਾਡੇ ਮਤਲਬ ਦੀਆਂ ਨਹੀਂ। ਨਾ 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 ਨਾ, ਸਾਨੂੰ ਉਹ ਸ਼ਬਦ ਸੁਣਾਓ ਜੀ ਚ ਮਹਾਰਾਜ ਕਹਿਣ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਤੇ ਮੇਰੇ ਵਰਗਾ ਚੌੜਾ ਹੋਇਆ ਬੈਠਾ ਹੁੰਦਾ, ਮਹਾਰਾਜ ਮੈਨੂੰ ਕਹਿੰਦੇ ਤੇਰੇ ਤੇ ਕਿਰਪਾ ਹੋ ਗਈ। ਨਾ ਨਾ, ਇਹਦੇ ਅਰਥ ਬਹੁਤ ਗਹਿਰੇ ਆ। ਇਹ ਅਵਸਥਾ ਦਾ ਜ਼ਿਕਰ ਹੈ। ਅਵਸਥਾ ਸਾਡੀ ਹੈ, ਅਵਸਥਾ ਉੱਥੇ। ਅਸੀਂ ਤੇ ਸੁੱਖਾਂ ਦੁੱਖਾਂ 'ਚ ਹੁਕਮਨਾਮੇ ਜੋੜੀ ਫਿਰਦੇ ਹਾਂ ਜੀ। ਅੱਜ ਹੁਕਮਨਾਮਾ ਬਾਬਾ ਜੀ ਦੁੱਖ ਭਰਿਆ ਆ ਗਿਆ ਜੀ, ਕੋਈ ਖੁਸ਼ੀ ਵਾਲਾ ਦਿਓ ਜੀ ਹੁਕਮਨਾਮਾ। ਸਾਡੀ ਤੇ ਬਿਰਤੀ ਇੱਥੇ ਖੜੀ, ਭਲਾ ਕਿੱਥੇ ਹੋਣਾ ਸਾਡਾ? ਇਹ ਸੌੜੀ ਸੋਚ ਦੇ ਨਤੀਜੇ ਨੇ। ਬੇਬੇ ਨਾਨਕੀ ਇਹ ਵੀ ਕਹਿ ਸਕਦੀ ਸੀ, ਮਹਾਰਾਜ ਪੁੱਤਰ ਦੀ ਦਾਤ ਦੇ ਦਿਓ ਜੀ। ਨਹੀਂ, ਇੱਕੋ ਚੀਜ਼ ਮੰਗੀ, ਦਰਸ਼ਨ। ਦਰਸ਼ਨ ਦੇਖੇ ਕੀ ਵਡਿਆਈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਦਰਸ਼ ਪਿਆਸੀ ਫਿਰ ਕਹਿ ਤਾਈ, ਜਿਉਂ ਚਾਤਰਿਕ ਬੁੰਦੇਰੇ। ਐਸੀ ਅੰਦਰ ਦੀ ਭਾਵਨਾ ਹੈ, ਐਸੀ ਭਾਵਨਾ ਅੰਦਰ ਦੀ। ਸਿਰਫ ਦਰਸ਼ਨ ਚਾਹੀਦੇ, ਸਿਰਫ ਭਾਵਨਾ ਬਣਾਈ ਹੈ, ਮੈਨੂੰ ਤੇਰੇ ਦੀਦਾਰ ਰੱਬਾ ਚਾਹੀਦੇ ਆ। ਮਰਦ ਨੇ ਫੇਰ ਆਖਿਆ, ਕਹਿੰਦੇ ਭੈਣ ਜੀ ਕੁਛ ਹੋਰ ਮੰਗ ਲਓ। ਕਹਿੰਦੇ ਨਹੀਂ, ਦਰਸ਼ਨ ਦੇ ਦਿਆ ਕਰੋ। ਸਤਿਗੁਰੂ ਕਹਿੰਦੇ ਦਰਸ਼ਨ ਹੀ ਹੋਣਗੇ। ਸਭ ਕੁਝ ਦਰਸ਼ਨਾਂ ਦੇ ਵਿੱਚ ਹੀ ਹੈ। ਰੱਬ ਜੀ ਨੇ ਵੇਖ ਲਿਆ ਜੀ, ਉਹ ਕੁਝ ਹੋਰ ਵੇਖਣਾ ਚਾਹੁੰਦਾ ਹੈ। ਜਿਹਨੇ ਪਰਮਾਤਮਾ ਨੂੰ ਸਾਖਸ਼ਾਤ ਵੇਖ ਲਿਆ, ਉਹਦੀ ਨਜ਼ਰ ਵਿੱਚ ਹਰ ਥਾਂ ਪਰਮਾਤਮਾ ਹੀ ਦਿਸਣਾ ਹੈ। ਉਹਨੂੰ ਕੋਈ ਚੰਗਾ ਮਾੜਾ ਨਜ਼ਰ ਹੀ ਨਹੀਂ ਆਉਣਾ। ਆਖੋ ਸਤਨਾਮ। ਨਹੀਂ ਆਉਣਾ, ਸਭ ਗੋਬਿੰਦ ਹੈ। ਉਸ ਵੇਲੇ ਫਿਰ ਬੇਬੇ ਨਾਨਕੀ ਜੀ ਨੇ ਰਸੋਈਏ ਸੀ ਜਿਹੜੇ ਘਰਾਂ 'ਚ ਲਾਂਗਰੀ, ਕੁੱਕ ਸ਼ੈਫ, ਉਹਨਾਂ ਨੂੰ ਬੁਲਾਇਆ। ਕਹਿੰਦੇ ਵਧੀਆ ਜਿਹਾ ਭੋਜਨ ਬਣਾਓ। ਵਧੀਆ ਤੋਂ ਭਾਵ ਸਵਾਦਿਸ਼ਟ। ਪਰ ਮੇਰੇ ਸਤਿਗੁਰਾਂ ਨੂੰ ਕਿਸੇ ਸਵਾਦ ਨਾਲ ਕੋਈ ਲੈਣ ਦੇਣ ਨਹੀਂ ਹੈ। ਫਕੀਰ ਨੇ ਉਹ, ਸਾਧੂ ਨੇ ਉਹ, ਪੂਰਨ ਸੰਤ ਨੇ। ਪਰ ਬੇਬੇ ਨਾਨਕੀ ਜੀ ਦੀ ਭਾਵਨਾ, ਅੱਜ ਮੈਂ ਸੱਚੇ ਪਾਤਸ਼ਾਹ ਨੂੰ 36 ਪ੍ਰਕਾਰ ਦੇ ਭੋਜਨ ਛਕਾਵਾਂ। ਇਹ ਭਾਈ ਮਰਦਾਨਾ ਕਹਿ ਗਿਆ ਸੀ, ਕਹਿੰਦਾ ਭੈਣ ਜੀ ਤੁਸੀਂ ਬਣਾਓ ਭੋਜਨ, ਮੈਂ ਲੈ ਕੇ ਆਇਆ ਮਹਾਰਾਜ ਨੂੰ। ਤੇ ਲੱਗੀ ਉਦੋਂ ਦੇ ਹੋਏ ਸੀ। ਕਹਿੰਦੇ ਪਾਤਸ਼ਾਹ ਇੱਕ ਬੇਨਤੀ ਹੋਰ ਹੈ, ਅੱਖਾਂ ਸਾਵੇ ਬੈਠ ਕੇ ਭੋਜਨ ਕਰ ਲੋ। ਆਖੋ ਸਤਨਾਮ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ? ਕਹਿੰਦੇ ਭੈਣੇ ਭੁੱਖ ਬਹੁਤ ਲੱਗੀ ਹੈ, ਕਿੰਨੇ ਦਿਨ ਹੋ ਗਏ ਭੋਜਨ ਪਾਣੀ ਵੱਲ ਤੱਕਿਆ ਵੀ ਨਹੀਂ। ਮਰਦਾਨੇ ਕੋ ਭੇਜਿਓ ਤਬ ਹੀ ਮੁਝ ਕੋ ਨਿਕਟ ਬੁਲਾਇਓ। ਜਦੋਂ ਸਤਿਗੁਰਾਂ ਨੇ ਵੇਖਿਆ ਕਿਤੇ ਭਾਈ ਬਾਲਾ ਦੀ ਨਜ਼ਰ ਨਹੀਂ ਆਉਂਦੇ, ਪੁੱਛਿਆ ਭੈਣ ਜੀ ਨੂੰ ਕਿੱਥੇ ਨੇ? ਭੈਣ ਜੀ ਕਹਿੰਦੇ ਉਹ ਤੁਹਾਡੇ ਜੀਜਾ ਜੀ ਦੇ ਕੋਲ ਬੈਠੇ ਨੇ, ਜਿੱਥੇ ਉਹ ਕੰਮ ਤੇ ਜਾਂਦੇ ਸੀ। ਹੁਣ ਭਾਈ ਬਾਲਾ ਕੀ ਕਰੇ, ਮਰਜ ਕੋਲ ਨਹੀਂ ਬਹਿਣ ਦਿੰਦੇ ਸੀ, ਜੰਗਲਾਂ 'ਚ ਨਾ ਬੈਠਿਆ ਜਾਂਦਾ ਸੀ। ਕਦੇ ਘਰੇ ਆ ਜਾਂਦੇ ਨੇ, ਕਦੇ ਜੀਜਾ ਜੈਰਾਮ ਜੀ ਕੋਲ ਜਾ ਬਹਿੰਦੇ ਆ। ਟਾਈਮ ਪਾਸ ਤੇ ਕਰਨਾ ਹੀ ਹੈ, ਨਾਮ ਵੀ ਜਪਦੇ ਆ। ਪਰ ਅਜੇ ਗੁਰੂ ਸਾਹਿਬ ਨੇ ਕੋਈ ਸਖਤ ਸੇਵਾ ਨਹੀਂ ਲਾਈ ਵੀ ਨਾਲ ਹੀ ਰਹਿਣਾ ਪੈਣਾ। ਉਹ ਡਿਊਟੀ ਸਿਰਫ ਭਾਈ ਮਰਦਾਨੇ ਦੀ ਲੱਗੀ ਹੈ। ਸਭ ਤੋਂ ਪਹਿਲੀ ਕਸਵੱਟੀ ਭਾਈ ਮਰਦਾਨੇ ਤੇ ਲੱਗ ਗਈ ਵੀ ਤੂੰ ਨਹੀਂ ਘਰੇ ਜਾਣਾ। ਮਰਦ ਕਹਿੰਦੇ ਫਿਰ ਮਰਦਾਨੇ ਇੱਦਾਂ ਕਰ, ਭਾਈ ਬਾਲਾ ਜੀ ਨੂੰ ਲੈ ਕੇ ਆ ਬੁਲਾ ਕੇ। ਉਮਰ ਵਿੱਚ ਵੱਡੇ ਨੇ 5 ਸਾਲ ਭਾਈ ਬਾਲਾ ਜੀ, ਬੜਾ ਸਤਿਕਾਰ ਮਰਦ ਕਰਦੇ, ਕੋਈ ਬਚਨ ਨਹੀਂ ਮੋੜਦੇ। ਭਾਈ ਬਾਲਾ ਜੀ ਕਹਿੰਦੇ ਮੈਂ ਬੈਠਾ ਸੀ ਜੈਰਾਮ ਜੀਆਂ ਦੇ ਨਾਲ, ਅਸੀਂ ਇਹੀ ਚਿੰਤਾ ਕਰਦੇ ਸੀ ਵੀ ਗੁਰੂ ਸਾਹਿਬ ਘਰ ਵੀ ਨਹੀਂ ਆਉਂਦੇ, ਬੁਲਾਉਂਦੇ ਵੀ ਨਹੀਂ, ਬੇਪਰਵਾਹ ਨੇ। ਇੰਨੇ ਨੂੰ ਮਰਦਾਨਾ ਅਣ ਟਪਕਿਆ। ਕਹਿੰਦਾ ਬਾਲਾ ਜੀ ਗੁਰੂ ਸਾਹਿਬ ਸੱਦਾ ਦੇ ਰਹੇ ਆ। ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਮਰਦ ਹੈ ਕਿੱਥੇ ਨੇ? ਕਹਿੰਦੇ ਘਰੇ ਆਏ ਹੋਏ ਆ। ਜੈਰਾਮ ਕਹਿੰਦੇ ਬਾਲਾ ਜੀ ਤੁਸੀਂ ਚਲੋ, ਮੈਂ ਵੀ ਆਪਣਾ ਕੰਮ ਸਮੇਟ ਕੇ ਆਉਣਾ, ਬੜੀ ਖੁਸ਼ੀ ਦੀ ਗੱਲ ਹੈ। ਭਲ ਕਹੇ ਸੁਣੋ ਸ੍ਰੀ ਅੰਗਦ
ਹੋਂ ਜੈ ਰਾਮ ਟਿਕ ਬੈਸ। ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਮਹਾਰਾਜ ਸੁਣੋ, ਜਿਸ ਵੇਲੇ ਮੇਰੇ ਕੋਲ ਚੱਲ ਕੇ ਭਾਈ ਮਰਦਾਨਾ ਜੀ ਆਏ, ਕਹਿੰਦੇ ਮੈਂ ਜੀਜਾ ਜੈ ਰਾਮ ਜੀ ਕੋਲ ਬੈਠ ਕੇ ਸਤਿਗੁਰਾਂ ਦੀ ਉਹ ਗੱਲ ਕਰਦਾ ਸੀ ਤੇ ਮੇਰੇ ਤੇ ਧਰਤੀ ਤੇ ਪੈਰ ਨਾ ਲੱਗਣ ਵੀ ਗੁਰੂ ਸਾਹਿਬ ਘਰ ਆ ਕੇ ਮੈਨੂੰ ਬੁਲਾਇਆ ਹੈ। ਕਹਿੰਦੇ ਬੜਾ ਚੰਗਾ ਲੱਗਦਾ ਸੀ ਜਦੋਂ ਸਤਿਗੁਰ ਬੁਲਾਉਂਦੇ ਸੀ, ਲੱਗਣਾ ਹੀ ਹੈ, ਪਿਆਰਾ ਸੱਜਣ ਹੈ, ਪ੍ਰੀਤਮ ਹੈ, ਅਕਾਲ ਪੁਰਖ ਹੈ, ਪਰਮਾਤਮਾ ਹੈ। ਐਡਾ ਨਿਆਰਾ ਫਕੀਰ ਆਏ, ਉਹ ਸਾਧੂ ਹੈ, ਰਾਜਿਆਂ ਦਾ ਰਾਜਾ, ਦਰਵੇਸ਼ ਬਾਦਸ਼ਾਹ, ਤੇ ਜਿਹਨੂੰ ਉਹ ਬੁਲਾਵੇ ਜਾਨ ਨਿਕਲ ਜਾਂਦੀ ਹੈ। ਭਾਈ ਬਾਲਾ ਜੀ ਕਹਿੰਦੇ ਮੈਨੂੰ ਮੇਰੇ ਪ੍ਰੀਤਮ ਦਾ ਜਦੋਂ ਸੱਦਾ ਆਉਂਦਾ ਸੀ ਨਾ, ਕਿਤੇ ਕਹਿ ਦੇਣਾ ਕਿਸੇ ਨੇ ਆ ਕੇ ਤੈਨੂੰ ਸਤਿਗੁਰ ਬੁਲਾਉਂਦੇ, ਕਹਿੰਦੇ ਇੰਨਾ ਚਾਅ ਚੜ੍ਹਨਾ ਧਰਤੀ ਤੇ ਪੈਰ ਨਾ ਲੱਗਣੇ। ਮੈਂ ਭਾਈ ਮਰਦਾਨਾ ਜੀ ਦੇ ਨਾਲ ਮਰਜ ਉਸੇ ਪਾਸੇ ਚੱਲ ਪਿਆ। ਗੁਰੂ ਅੰਗਦ ਦੇ ਮਰਜ ਦੇ ਨੇਤਰਾਂ 'ਚ ਅਥਰੂ ਆ ਗਏ, ਚੇਤੇ ਕਰਕੇ ਗੁਰੂ ਨਾਨਕ ਸਾਹਿਬ ਨੂੰ। ਬਾਲਿਆ ਕਿੱਡੇ ਵੱਡੇ ਕਰਮ ਤੇਰੇ, ਤੈਨੂੰ ਰੱਬ ਆਪ ਬੁਲਾਉਂਦਾ ਸੀ, ਆਪ ਸਦਾ ਦਿੰਦਾ ਸੀ। ਉਹ ਭਾਗਾਂ ਵਾਲਿਆ ਤੇਰੇ ਦਰਸ਼ਨ ਗੁਰੂ ਨਾਨਕ ਦੇ ਦਰਸ਼ਨ ਨੇ। ਆਖੋ ਸਤਨਾਮ। ਕਿੰਨਾ ਪਿਆਰਾ ਮਿੱਤਰ ਹੋਣਾ ਜਿਹਨੂੰ ਮਰਜ ਆਪ ਬੁਲਾਉਂਦੇ। ਅਸੀਂ ਤੇ ਇਹ ਸਮਝਦੇ ਆ ਨਾ ਵੀ ਭਾਗਾਂ ਵਾਲਾ ਜਿਹੜਾ ਸੰਗਤ 'ਚ ਆ ਜਾਂਦਾ ਹੈ ਨੇ ਨਾ ਭਾਗ ਵੱਡੇ। ਆਪਣੇ ਆਪ ਨੂੰ ਆਪਾਂ ਵੱਡੇ ਕਰਮਾਂ ਵਾਲਾ ਮੰਨਦੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਸੀ, ਰੋਜ਼ ਸੰਗਤ 'ਚ ਆਉਂਦੇ ਆ। ਪਰ ਜਿਨ੍ਹਾਂ ਨੂੰ ਗੁਰੂ ਆਪ ਬੁਲਾ ਲੈਂਦੇ ਆ, ਜਿਨ੍ਹਾਂ ਨੂੰ ਸਤਿਗੁਰ ਕੋਲ ਬਿਠਾ ਲੈਂਦੇ ਆ, ਕਿੱਡੇ ਵੱਡੇ ਕਰਮ ਹੋਣੇ। ਭਾਈ ਬਾਲਾ ਜੀ ਕਹਿੰਦੇ ਮੈਂ ਖੁਸ਼ੀ ਖੁਸ਼ੀ ਚਾਹ ਘਰੇ ਆਇਆ, ਸਤਿਗੁਰਾਂ ਨੂੰ ਵੇਖ ਚਰਨੀ ਬੰਦਨਾ ਕੀਤੀ ਐ। ਗਇਓ ਨਕੇਤ ਨਾਨਕੀ ਕੇ ਚੱਲ, ਹੀਰੇ ਬੇਦੇ ਐਸ਼ਾ। ਗੁਰੂ ਸਾਹਿਬ ਨੂੰ ਵੇਖ ਕੇ ਕਹਿੰਦੇ ਮੈਨੂੰ ਇੰਨਾ ਚਾਅ ਚੜ ਗਿਆ, ਸੁੱਧ ਬੁੱਧ ਭੁੱਲ ਗਈ, ਮੈਨੂੰ ਦੁਨੀਆ ਦਾ ਪਤਾ ਹੀ ਨਹੀਂ ਸੰਸਾਰ ਕਿੱਥੇ ਹੈ। ਆਪਣੇ ਪ੍ਰੀਤਮ ਨੂੰ ਵੇਖ ਦੁਨੀਆ ਭੁੱਲ ਜਾਂਦੀ ਹੈ। ਮੈਂ ਜਦੋਂ ਮਰਜ ਦੇ ਚਰਨੀ ਮੱਥਾ ਟੇਕਣ ਲੱਗਿਆ, ਮੈਨੂੰ ਵੇਖ ਸਤਿਗੁਰ ਉੱਠ ਪਏ, ਕਿਉਂਕਿ 5 ਸਾਲ ਵੱਡੇ ਨੇ, ਮਰਜ ਪੈਰੀ ਹੱਥ ਨਹੀਂ ਲਾਉਣ ਦਿੰਦੇ, ਨਹੀਂ ਮੱਥਾ ਟੇਕਣ ਦਿੰਦੇ। ਕਹਿੰਦੇ ਮਿਲੇ ਮਰਜ ਮੈਨੂੰ ਉੱਠ ਕੇ, ਸਤਿਗੁਰਾਂ ਦਾ ਲਿਬਾਸ ਵੇਖ ਮੈਂ ਬੜਾ ਆਸ਼ਚਰਜ ਹੋਇਆ। ਭਗਵੇ ਜੇ ਕੱਪੜੇ, 2 ਗਜ ਦਾ ਟੁਕੜਾ ਸਿਰ ਤੇ, ਕਫਨੀ ਪਾਈ ਹੋਈ ਹੈ। ਪਰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਨੇ। ਕਹਿੰਦੇ ਮੈਂ ਆਪ ਹੈਰਾਨ ਵੀ ਆਇਆ ਕਦੋਂ ਐ, ਗੁਰੂ ਸਾਹਿਬ ਨੂੰ ਕਿੱਥੇ ਮਿਲ ਗਿਆ, ਕਿਉਂਕਿ ਭਾਈ ਬਾਲਾ ਜੀ ਉਸ ਵੇਲੇ ਨਹੀਂ ਸੀ ਇਸ ਥਾਂ ਤੇ। ਜਦੋਂ ਭਾਈ ਮਰਦਾਨਾ ਆਏ ਨੇ ਘਰੇ ਆ ਕੇ, ਉਹਨਾਂ ਆਖਿਆ ਵੀ ਮਰਜ ਰਬਾਬ ਮੰਗਾ ਰਹੇ ਆ। ਉਸ ਤੋਂ ਪਹਿਲਾਂ ਵੀ ਆਏ ਨੇ ਉਹ ਵੀ ਗੁਰੂ ਸਾਹਿਬ ਨੂੰ ਮੈਂ ਮਿਲਣਾ ਚਾਹੁੰਦਾ, ਦੱਸੋ ਕਿੱਥੇ ਨੇ। ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਖੁਸ਼ੀ ਡਾਢੀ ਹੋ ਗਈ ਵੀ ਅੱਜ ਤੇ ਪਿੰਡ ਦਾ ਸਾਥੀ ਭਾਈ ਮਰਦਾਨਾ ਵੀ ਆਇਆ, ਉਹਨੇ ਸੁੱਖ ਸਾਂਦ ਦੱਸਿਆ ਵੀ ਬਾਪੂ ਜੀ ਤੁਹਾਡੇ ਠੀਕ ਨੇ, ਸਭ ਵਧੀਆ। ਭਾਈ ਬਾਲਾ ਜੀ ਦੇ ਪਿਤਾ ਦਾ ਨਾਂ ਸੀ ਚੰਦਰਪਾਨ। ਪਿਤਾ ਬਾਰੇ ਪੁੱਛਿਆ, ਫਸਲਾਂ ਬਾਰੇ ਪੁੱਛਿਆ, ਜ਼ਿਮੀਂਦਾਰਾਂ, ਮਾਲ ਡੰਗਰ ਜੋ ਵੀ ਹੈ, ਸੁੱਖ ਸਾਂਦ ਹੋਈ। ਸਤਿਗੁਰਾਂ ਦੇ ਪਰਿਵਾਰ ਬਾਰੇ ਪੁੱਛਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੁੜ ਕੇ ਪਲੰਗੇ ਤੇ ਹੀ ਨਾ ਬੈਠੇ। ਸਤਿਗੁਰ ਕਹਿੰਦੇ ਆ ਬਾਲਿਆ ਫਿਰ ਭੋਜਨ ਛਕੀਏ। ਨਾਲ ਭਾਈ ਮਰਦਾਨਾ ਜੀ ਨੂੰ ਲੈ ਲਿਆ। ਰਸੋਈ ਤੋਂ ਬਾਹਰ ਅੱਗੇ ਚੌਂਕੇ ਚੁੱਲ੍ਹੇ ਬਣੇ ਹੁੰਦੇ ਸੀ ਪਿੰਡਾਂ ਦੇ ਵਿੱਚ, ਕੱਚਾ ਚੌਂਕਾ, ਛੋਟੀ ਜੀ ਦੀਵਾਰ, ਇੱਕ ਪਾਸੇ ਭੋਜਨ ਪੱਕੀ ਜਾਣਾ, ਦੂਜੇ ਪਾਸੇ ਬੈਠਿਆਂ ਛਕੀ ਜਾਣਾ। ਭਾਈਚਾਰਾ ਬੜਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਭੁੰਜੇ ਬੈਠ ਕੇ, ਭੈਣ ਜੀ ਕਹਿੰਦੇ ਨਹੀਂ ਵੀਰੇ ਇੱਥੇ ਨਹੀਂ ਬੈਠਣਾ, ਚਾਦਰ ਵਿਛਾਈ ਥੱਲੇ। ਤਿੰਨੇ ਵੀਰ ਬੈਠੇ ਨੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ। ਕਿੰਨਾ ਏਕਾ ਹੈ ਪਰਿਵਾਰ ਵਿੱਚ। ਬੇਬੇ ਨਾਨਕੀ ਜੀ ਆਪ ਖੁਸ਼ ਹੋ ਕੇ ਭੋਜਨ ਬਣਾਉਣ ਲੱਗੇ, ਪ੍ਰਸ਼ਾਦਾ ਪਕਾਉਣ ਲੱਗੇ ਨੇ। ਅਸਨ ਅਚਨ ਹਿਤ ਤੀਨੋਂ ਤਿਹ ਛਿਨ, ਗਏ ਰਸੋਈ ਥਾਨਾ। ਸਤਿਗੁਰਾਂ ਦੇ ਸਮੇਤ ਅਸੀਂ ਆਪ ਬੈਠੇ ਆ ਭੋਜਨ ਛਕਣ ਵਾਸਤੇ। ਵਿੱਚ ਵਿਚਕਾਰ ਸਤਿਗੁਰ, ਸੱਜੇ ਪਾਸੇ ਭਾਈ ਬਾਲਾ ਜੀ, ਖੱਬੇ ਪਾਸੇ ਭਾਈ ਮਰਦਾਨਾ ਜੀ, ਤੇ ਸਾਹਮਣੇ ਬੇਬੇ ਨਾਨਕੀ ਬੈਠੇ ਭੋਜਨ ਬਣਾ ਰਹੇ। ਖੁਸ਼ੀ ਇੰਨੀ ਹੈ, ਅੱਖਾਂ 'ਚੋਂ ਹੰਝੂ ਵੀ ਆਈ ਜਾਂਦੇ ਆ ਵੀ ਅੱਜ ਨਸੀਬ ਹੋਇਆ ਹੱਥ ਦੀ ਰੋਟੀ ਮੈਂ ਵੀਰ ਨੂੰ ਛਕਾਵਾਂ। ਪਤਾ ਨਹੀਂ ਕਦੋਂ ਸਮਾਂ ਆਉਣਾ ਮੁੜ ਕੇ। ਭਾਵਨਾ ਬੜੀ ਸੀ ਅੰਦਰੋਂ। ਨਾਲ ਸੇਵਾਦਾਰ ਲੱਗੇ ਹੋਏ ਨੇ, ਸੇਵਕ ਲੱਗੇ ਨੇ ਭੋਜਨ ਛਕਾਉਣ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਜ ਕੇ ਭੋਜਨ ਛਕਿਆ। ਕਿੰਨਿਆਂ ਦਿਨਾਂ ਬਾਅਦ, ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ, ਲੱਸੀ ਪੀਤੀ, ਪ੍ਰਸ਼ਾਦਾ ਛਕਿਆ। ਛਕ ਕੇ ਪ੍ਰਸ਼ਾਦਾ ਕਹਿੰਦੇ ਬੜਾ ਆਨੰਦ। ਸਭ ਤੋਂ ਵੱਧ ਭਾਈ ਮਰਦਾਨੇ ਨੇ ਛਕਿਆ। ਆਖੋ ਸਤਨਾਮ। ਉਹ ਤੇ ਜਨਮਾਂ ਜਨਮਾਂ ਦੀ ਭੁੱਖ ਲੱਗੀ ਪਈ ਹੈ। ਮੱਝ ਛੇੜਦੇ ਰਹਿੰਦੇ ਮਰਦਾਨਿਆਂ, ਲੈ ਸਾਡੇ ਨਾਂ ਦੀ ਵੀ ਖਾ ਲਾ ਰੋਟੀ। ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸਿੱਖ ਸੀ, ਪਰ ਬੜੇ ਖੁਸ਼ ਰਹਿੰਦੇ ਸੀ, ਖੁਸ਼ ਤਾਬੀਤ। ਬਸ ਰੱਬ ਨੇ ਹੱਸਣ ਵਾਸਤੇ ਨਾਲ ਰੱਖਿਆ ਹੋਇਆ ਸੀ ਉਹਨਾਂ ਨੂੰ, ਦੁਨੀਆ ਨੂੰ ਤਾਰਨ ਵਾਸਤੇ। ਭਾਈ ਮਰਦਾਨਾ ਜੀ ਤਾਰੀਫਾਂ ਕਰਨ, ਕਹਿੰਦੇ ਭੈਣ ਜੀ ਭੋਜਨ ਬੜਾ ਸਵਾਦ ਹੈ, ਬੜਾ ਆਨੰਦ ਆਇਆ ਜੀ। ਪਰ ਦੇਖੋ ਕਿੱਡਾ ਵੱਡਾ ਆਨੰਦ ਆਊਗਾ। ਜਾਤ ਦੇ ਮਰਾਸੀ ਨੇ, ਲੋਕੀ ਕਹਿੰਦੇ ਉਹ ਮਰਾਸੀਆ ਦੂਰ ਰਿਹਾ ਕਰ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਰਾਬਰ ਬਿਠਾਇਆ ਹੋਇਆ, ਆਨੰਦ ਕਿਉਂ ਨਹੀਂ ਆਊਗਾ। ਰੱਬ ਦੇ ਨਾਲ ਬੈਠਣਾ
ਕੋਈ ਖੇਡ ਨਹੀਂ ਹੁੰਦੀ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਪਾਨ ਨਾਨਕੀ ਆਪ ਪਰੋਸਤ, ਪਰਮਿੰ ਸਵਾਦਨ ਸਾਨਾ। ਉਸ ਵੇਲੇ ਬੇਬੇ ਨਾਨਕੀ ਜੀ ਇੱਕ ਇੱਕ ਫੁਲਕਾ ਚੁੱਲ੍ਹੇ ਤੇ ਪਕਾ ਕੇ ਅੱਗ ਤੇ ਰਾੜ ਕੇ ਗੁਰੂ ਨਾਨਕ ਸਾਹਿਬ ਜੀਆਂ ਦੀ ਥਾਲੀ ਵਿੱਚ, ਭਾਈ ਬਾਲਾ ਭਾਈ ਮਰਦਾਨਾ ਜੀ ਦੀ ਥਾਲ ਵਿੱਚ ਰੱਖਦੇ ਨੇ। ਕਹਿੰਦੇ ਆਨੰਦ ਨਾਲ ਤ੍ਰਿਪਤ ਹੋ, ਰੱਜ ਰੱਜ ਛਕਦੇ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਕਹਿੰਦੇ ਭੋਜਨ ਛਕਿਆ, ਬੜਾ ਆਨੰਦ ਆਇਆ। ਆਨੰਦ ਕਿਉਂ ਨਾ ਆਵੇ ਜਿੱਥੇ ਰੱਬ ਆਪ ਬੈਠਾ ਹੋਵੇ ਜੀ, ਕਿਉਂ ਨਹੀਂ ਆਊਗਾ। ਭੋਜਨ ਛਕਣ ਤੋਂ ਬਾਅਦ ਗੁਰੂ ਸਾਹਿਬ ਨੇ ਵੀ ਸ਼ੁਕਰਾਨਾ ਕੀਤਾ ਪਰਮਾਤਮਾ ਦਾ। ਜਦ ਵੀ ਰੋਟੀ ਖਾਵੋ, ਸਵੇਰ ਦੁਪਹਿਰ ਸ਼ਾਮ ਘਰੇ ਹੋਵੋ, ਜਦ ਵੀ ਛਕੋ। ਛਕਣ ਤੋਂ ਬਾਅਦ ਵੀ ਜੇ ਜ਼ਿਆਦਾ ਨਹੀਂ ਕੋਈ ਅਰਦਾਸ ਕਰ ਸਕਦੇ, ਇੰਨਾ ਕੁ ਸ਼ੁਕਰ ਕਰ ਦਿਆ ਕਰੋ, ਦਾਤਾ ਦਾਣਾ ਪਾਣੀ ਤੇਰਾ, ਟਹਿਲ ਭਾਵਨਾ ਤੇਰੇ ਪਿਆਰਿਆਂ ਦੀ ਹੈ, ਕਿਰਪਾ ਕਰਿਓ ਆਹ ਰਿਜ਼ਕ ਜਿਹੜਾ ਸਾਨੂੰ ਬਖਸ਼ਿਆ ਹੈ, ਹਰ ਇਨਸਾਨ ਲੋੜਵੰਦ ਪੰਛੀ ਪਰਿੰਦੇ ਨੂੰ ਵੀ ਬਖਸ਼ਿਓ। ਸ਼ੁਕਰ ਤੇਰਾ, ਆ ਦਾਣੇ ਸਾਡੇ ਕਰਮਾਂ 'ਚ ਲਿਖਦੇ, ਬੜੇ ਉਹ ਨੇ ਜਿਨ੍ਹਾਂ ਨੂੰ ਨਸੀਬ ਨਹੀਂ ਹੁੰਦਾ। ਸ਼ੁਕਰ ਕਰੋ ਉਸ ਵੇਲੇ ਜਦ ਵੀ ਭੋਜਨ ਸਾਹਮਣੇ ਆਵੇ, ਸ਼ੁਕਰਾਨਾ ਪਰਮਾਤਮਾ ਦਾ ਕਰੀਏ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦਿਆਂ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਇਹ ਸ਼ਬਦ ਪੜ੍ਹ ਲਓ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਕਰਾਨਾ ਅਕਾਲ ਪੁਰਖ ਦਾ ਕੀਤਾ। ਦੂਜਾ ਧੰਨਵਾਦ ਭੋਜਨ ਬਣਾਉਣ ਵਾਲਿਆਂ ਦਾ ਕੀਤਾ। ਜ਼ਿੰਦਗੀ 'ਚ ਕਦੇ ਨਾ ਭੁੱਲੋ, ਭੋਜਨ ਬਣਾਉਣ ਵਾਲੇ ਦਾ ਧੰਨਵਾਦ ਕਰੋ, ਉਹ ਰੱਬ ਦਾ ਧੰਨਵਾਦ ਹੈ, ਸ਼ੁਕਰਾਨਾ ਹੈ। ਬੇਬੇ ਨਾਨਕੀ ਜੀ ਨੂੰ ਆਖਣ ਲੱਗੇ ਧੰਨਵਾਦ, ਭੋਜਨ ਛਕਾਇਆ। ਉਹ ਕਹਿੰਦੇ ਵੀਰ ਜੀ ਇੱਦਾਂ ਨਾ ਕਿਹਾ ਕਰੋ, ਇਹ ਵਡੱਪਣ ਹੈ ਬੇਬੇ ਨਾਨਕੀ ਜੀ ਦਾ। ਕਹਿੰਦੇ ਫਰਜ਼ ਹੈ ਸਾਡਾ। ਭਾਈ ਮਰਦਾਨਾ ਜੀ ਨੇ ਭੋਜਨ ਛਕ ਲਿਆ, ਖੁਸ਼ ਹੋ ਗਏ। ਪਰ ਅੱਜ ਇਕੱਠੇ ਬੈਠੇ ਆ। ਸਭ ਤੋਂ ਵੱਡੀ ਖੁਸ਼ੀ ਸਭਨਾਂ ਨੂੰ ਇਸ ਗੱਲ ਦੀ ਸੀ, ਮਨ ਭਾਵਨ ਭੋਜਨ ਕਰ ਖਾਵਨ, ਉਠ ਬੈਠੇ ਬਰ ਸਦਨਾ। ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਆਪ ਭੋਜਨ ਛਕ ਕੇ ਫੇਰ ਉੱਠ ਬੈਠੇ ਪਲੰਗੇ ਤੇ। ਅਕਸਰ ਪੁਰਾਤਨ ਸਮੇਂ ਦੇ ਲੋਕ ਤੇ ਗੁਰੂ ਘਰ ਦੀ ਮਰਿਆਦਾ ਹੈ, ਭੋਜਨ ਹਮੇਸ਼ਾ ਕੋਸ਼ਿਸ਼ ਕਰੋ ਧਰਤੀ ਤੇ ਬਹਿ ਕੇ ਛਕਿਆ ਜਾਏ। ਅੱਜ ਹਰ ਬੰਦਾ ਦੁਖੀ ਹੈ, ਸਭ ਨੂੰ ਰੋਗ ਲੱਗੇ। ਕਾਰਨ ਕੀ ਹੈ? ਇਮਿਊਨਿਟੀ ਡਾਊਨ ਹੁੰਦੀ ਜਾ ਰਹੀ ਹੈ। ਗ੍ਰੈਵਿਟੀ ਦੇ ਸੰਪਰਕ 'ਚ ਨਹੀਂ ਆਏ, ਘਰਾਂ ਵਿੱਚ ਪੱਥਰ, ਹੋਟਲਾਂ 'ਚ ਪੱਥਰ, ਤੇ ਧਰਤੀ ਤੇ ਬਹਿ ਵੀ ਜਾਈਏ ਤੇ ਮਿੱਟੀ ਦੇ ਸੰਪਰਕ 'ਚ ਤੇ ਹੈ ਹੀ ਨਹੀਂ। ਪੁਰਾਣੇ ਸਮੇਂ ਦੇ ਲੋਕ ਸੀ, ਧਰਮਾਂ ਸਾਰਿਆਂ ਨੂੰ ਪੜ੍ਹ ਕੇ ਵੇਖ ਲਓ, ਭੂੰਜੇ ਕੱਚੀ ਥਾਂ ਤੇ ਬਹਿ ਕੇ ਖਾਂਦੇ ਸੀ। ਅੱਜ ਵੀ ਸ਼ਹਿਰਾਂ ਨਾਲੋਂ ਪਿੰਡਾਂ ਦੇ ਉਹ ਲੋਕ ਤੰਦਰੁਸਤ ਨੇ ਜਿਹੜੇ ਵੱਟਾਂ ਤੇ ਬਹਿ ਕੇ ਰੋਟੀ ਖਾਂਦੇ ਆ। ਕੋਈ ਟੈਸਟ ਕਰਾ ਕੇ ਵੇਖੋ, ਸਭ ਗੁੱਡ ਆਉਣਗੇ। ਤੇ ਜਿਹੜੇ ਹੁਣ ਸਾਡੇ ਵਰਗੇ ਨੇ ਏਸੀਆਂ 'ਚ ਰਹਿਣ ਵਾਲੇ ਸ਼ਹਿਰ ਪਿੰਡਾਂ ਵਿੱਚ ਵੀ, ਉਹ ਵੀ ਵਿਚਾਰੇ ਬਿਮਾਰੀ ਦਾ ਹੀ ਘਰ ਨੇ। ਉੱਠਿਆ ਨਹੀਂ ਜਾਂਦਾ, ਬੈਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਫਿਰਿਆ ਨਹੀਂ ਜਾਂਦਾ। ਹਾਲਤ ਮਾੜੀ ਹੈ ਨਾ। ਅੱਗੇ ਭੁੰਜੇ ਬਹਿ ਕੇ ਛਕਦੇ ਸੀ, ਧਰਤੀ ਤੇ ਬਹਿ ਕੇ ਛਕਣਾ। ਅੱਜ ਵੀ ਗੁਰੂ ਘਰਾਂ ਦੀ ਮਰਿਆਦਾ, ਲੰਗਰ ਧਰਤੀ ਤੇ ਬਹਿ ਕੇ ਕਿਉਂ ਛਕਿਆ ਜਾਂਦਾ ਹੈ? ਸਿਮਰਨ ਧਰਤੀ ਤੇ ਬਹਿ ਕੇ ਕਿਉਂ ਕੀਤਾ ਜਾਂਦਾ ਹੈ? ਜਦ ਕਿ ਕ੍ਰਿਸਚਨਾਂ ਦੇ ਵਿੱਚ ਆਪਾਂ ਵੇਖਦੇ ਹਾਂ ਚਰਚ ਵਿੱਚ ਕੁਰਸੀਆਂ ਲੱਗੀਆਂ, ਪਰ ਇਸਲਾਮ ਦੇ ਲੋਕ ਵੇਖੋਗੇ ਤੇ ਸਿੱਖ ਧਰਮ ਦੇ ਵੇਖੋਗੇ, ਰੱਬ ਦੀ ਇਬਾਦਤ ਭੁੰਜੇ ਬਹਿ ਕੇ ਕਰਦੇ ਆ। ਕਿਉਂਕਿ ਭਗਤੀ ਤੇ ਭੋਜਨ ਧਰਤੀ ਨਾਲ ਹੀ ਸ਼ੋਭਾ ਦਿੰਦੇ। ਆਖੋ ਸਤਨਾਮ। ਉੱਚੀਆਂ ਥਾਵਾਂ ਤੇ ਰੋਟੀਆਂ ਖਾਣ ਵਾਲਿਆਂ ਨੂੰ ਕਦੇ ਕੋਈ ਤੰਦਰੁਸਤ ਨਹੀਂ ਕਰ ਸਕਦਾ। ਆਪਾਂ ਵਿੱਚ ਹਾਂ, ਕਦੇ ਨਹੀਂ ਹੋ ਸਕਦੇ ਤੰਦਰੁਸਤ। ਪਰ ਗੁਰੂ ਸਾਹਿਬ ਤੇ ਸਤਿਗੁਰਾਂ ਦੇ ਪਿਆਰੇ ਅੱਜ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਲੰਗਰ ਧਰਤੀ ਤੇ ਬਹਿ ਕੇ ਛਕਾਏ ਜਾਂਦੇ। ਇਹਦੇ ਕਾਰਨ ਸੀ ਸਾਇੰਟੀਫਿਕ ਰੀਜ਼ਨ, ਅੱਜ ਮੈਡੀਕਲ ਸਾਇੰਸ ਦੱਸ ਰਹੀ ਹੈ ਵੀ ਡਾਊਨ ਬਹਿ ਕੇ ਖਾਇਆ ਕਰੋ, ਹੇਠਾਂ ਬਹਿ ਕੇ ਖਾਇਆ ਕਰੋ, ਪਾਚਨ ਤੰਤਰ ਮਜ਼ਬੂਤ ਹੁੰਦਾ ਹੈ, ਆਯੁਰਵੇਦ ਕਹਿੰਦਾ ਏ। ਪਰ ਅਸੀਂ ਨਹੀਂ, ਅਸੀਂ ਸਿਆਣੇ ਬੜੇ ਆ। ਸਾਨੂੰ ਲੱਗਦਾ ਹੈ ਵੀ ਟੇਬਲਾਂ ਕੁਰਸੀਆਂ ਤੇ ਬਹਿ ਕੇ ਖਾਣਾ ਸਾਡੀ ਅਮੀਰੀ ਝਲਕਦੀ ਹੈ, ਅਸੀਂ ਵੱਡੇ ਲੱਗਦੇ ਹਾਂ। ਨਹੀਂ ਨਹੀਂ, ਬਿਮਾਰੀਆਂ ਨੂੰ ਸੱਦਾ, ਉਮਰਾਂ ਛੋਟੀਆਂ ਕਰਾਉਣ ਦਾ ਮਾਜਰਾ ਇਹ ਬੜੇ ਤਰੀਕਿਆਂ ਨਾਲ ਕੀਤਾ ਗਿਆ ਸਾਰਾ ਕੁਝ। ਗੁਰੂ ਸਾਹਿਬ ਨੇ ਭੋਜਨ ਛਕਿਆ, ਫਿਰ ਮਹਾਰਾਜ ਉੱਠ ਕੇ ਬਹਿ ਗਏ ਪਲੰਗੇ ਤੇ। ਭਾਈ ਬਾਲਾ ਮਹਾਰਾਜ ਨਾਲ ਬਚਨ ਕਰਦੇ ਆ ਸੱਚੇ ਪਾਤਸ਼ਾਹ। ਬੜਾ ਚੰਗਾ ਲੱਗਾ ਮਿਲ ਕੇ, ਕਿਉਂਕਿ ਕਈ ਸਾਲਾਂ ਬਾਅਦ ਇਕੱਠੇ ਹੋਏ। ਸਾਲਾਂ ਬਾਅਦ ਕਿੱਦਾਂ? 1.5-2 ਸਾਲ ਹੋ ਗਏ ਗੁਰੂ ਸਾਹਿਬ ਨਾਲ ਬਹਿ ਕੇ ਕਦੇ ਭੋਜਨ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਪਹਿਲਾਂ ਸ਼ਮਸ਼ਾਨ ਘਾਟ 'ਚ ਬੈਠੇ ਰਹੇ ਮਹਾਰਾਜ, ਫਿਰ ਜੰਗਲਾਂ 'ਚ ਰਹੇ, ਕਦੇ ਵੇਈ ਚਲੇ ਗਏ, ਕਦੇ ਕਿਵੇਂ ਕਦੇ ਕਿਵੇਂ। ਅੱਜ ਪਹਿਲੀ ਵਾਰ ਤਿੰਨੇ ਵੀਰ, ਤਿੰਨੇ ਭਰਾ, ਰੱਬ ਦੇ ਪਿਆਰੇ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਨੇ। ਆਨੰਦ ਕੰਦ ਮਕੰਦ ਬਿਲੋਕਤ, ਬਦਤ ਨਾਨਕੀ ਬਦਨਾ। ਤੇ ਬੇਬੇ ਨਾਨਕੀ ਜੀ ਭੋਜਨ ਬਣਾਉਂਦੇ ਹੋਏ ਆਪਣੇ ਵੀਰ ਦੇ ਮੁਖੜੇ ਵੱਲ ਵੇਖ ਰਹੇ ਨੇ। ਪਲੰਗੇ ਤੇ ਸਤਿਗੁਰ ਬੈਠੇ ਮੁਸਕਰਾ ਮੁਸਕਰਾ ਗੱਲਾਂ ਕਰਦੇ ਆ। ਆਹ ਹਾਸਾ ਵੇਖਣ ਲਈ ਤਰਸ ਗਏ ਸੀ।
ਕਦੇ ਹਾਸਾ ਨਹੀਂ ਸੀ ਵੇਖਿਆ ਪਿਛਲੇ ਸਾਲ 1.5 ਸਾਲ ਤੋਂ ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ। ਅੱਜ ਘਰੇ ਬੈਠੇ ਮਰਜ ਮੁਸਕਰਾ ਕੇ ਗੱਲਾਂ ਕਰਦੇ ਆ ਤੇ ਭੈਣ ਜੀ ਦੇ ਨੇਤਰ ਭਰੇ ਹੋਏ ਦੁਪੱਟੇ ਨਾਲ ਹੰਝੂ ਸਾਫ਼ ਕਰ ਲੈਂਦੇ, ਖੁਸ਼ੀ ਆਉਂਦੀ ਆ ਮਨ 'ਚ, ਚਾਹ ਚੜ੍ਹਦਾ ਹੈ। ਕਹਿੰਦੇ ਆ ਹੱਸਦਾ ਚਿਹਰਾ ਪਤਾ ਨਹੀਂ ਕਦ ਤੱਕ ਅੱਖਾਂ ਸਾਵੇ। ਇਹ ਫਕੀਰ ਨੇ, ਮਰਜ਼ੀ ਦੇ ਮਾਲਕ ਨੇ, ਖੁਦਾ ਪਰਮਾਤਮਾ ਨੇ, ਕਦੋਂ ਕਿੱਥੇ ਚਲੇ ਜਾਵਣ। ਮਰਦਾਨਾ ਅਬ ਖੋਜੋ ਜਾਏ, ਮੋਲ ਲਿਹੋ ਜੋ ਹੋ। ਉਸ ਵੇਲੇ ਸਤਿਗੁਰ ਕਹਿੰਦੇ ਮਰਦਾਨਿਆਂ ਰੋਟੀ ਖਾ ਲਈ? ਕਹਿੰਦਾ ਹਾਂ ਪਾਤਸ਼ਾਹ। ਸਤਿਗੁਰ ਕਹਿੰਦੇ ਫਿਰ ਤਿਆਰ ਹੋ ਕੰਮ ਲਈ। ਕਹਿੰਦੇ ਹੁਕਮ। ਗੁਰੂ ਸਾਹਿਬ ਕਹਿੰਦੇ ਮਾਇਆ ਲੈ ਘਰ ਤੋਂ ਲੈ ਕੇ ਯਾਰ ਬਾਪ। ਫਿਰ ਭਾਈ ਮਰਦਾਨੇ ਨੇ ਸੋਚਿਆ ਵੀ ਆਹ ਤੇ ਕੰਮ ਆਪਣਾ ਰਹਿ ਗਿਆ, ਕਿਉਂਕਿ ਸੁਭਾਵਿਕ ਗੱਲ ਹੈ, ਆਪਣੇ ਅਖਾਣ ਬਣੇ ਆ, ਢਿੱਡੇ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਮੈਂ ਕਹਿੰਦਾ ਜਿਹੜਾ ਬੰਦਾ ਭੱਜ ਭੱਜ ਕੰਮ ਕਰਦਾ, ਜੇ ਉਹਨੂੰ ਵਿਹਲਾ ਜਾ ਕਰਨਾ ਨਾ, ਰੋਟੀ ਖਵਾ ਦੋ ਰਜਾ ਕੇ। ਜੇ ਸੋਫੇ ਤੇ ਬੈਠਾ ਉੱਥੇ ਸੌਂ ਜੂ, ਜੇ ਪਲੰਗੇ ਤੇ ਬੈਠਾ ਉੱਥੇ ਸੌਂ ਜੂ, ਜੇ ਭੁੰਜੇ ਬੈਠਾ ਕੰਧ ਨਾਲ ਲਾ ਕੇ ਸਿਰ ਸੌਂ ਜਾਂਦਾ ਹੈ। ਮਰਜ ਨੇ ਤੇ ਕਿਹਾ ਸੀ ਨਾ, ਪਹਿਲੇ ਪੰਗਤ ਪਾਛੇ ਸੰਗਤ। ਕੋਈ ਰੀਜ਼ਨ ਸੀ ਵੀ ਪੇਟ ਭੁੱਖਾ ਨਾ ਹੋਵੇ। ਤੇ ਫਿਰ ਸਾਡੀ ਹੁਣ ਮਰਿਆਦਾ ਕੀ ਆ ਵੀ ਲੰਗਰ 'ਚ ਚੱਜ ਨਾਲ ਬਹਿ ਕੇ 5-7 ਰੋਟੀਆਂ ਠੂਸੋ, ਮੁੜ ਕੇ ਗੁਰਦੁਆਰਾ ਸਭ ਕੰਧਾਂ ਤੇ ਬਣੀਆਂ ਹੀ ਹੋਈਆਂ। ਬਸ ਫਿਰ ਰੈਸਟ ਲਓ, ਆਖੋ ਸਤਨਾਮ, ਆਨੰਦ ਲਓ। ਭਾਈ ਸਾਹਿਬ ਜੋ ਮਰਜ਼ੀ ਸੁਣਾਈ ਜਾਣ, ਸਾਨੂੰ ਕੀ ਲੈਣਾ ਹੈ, ਸਾਨੂੰ ਕੀ ਮਤਲਬ ਹੈ। ਕੰਨਾਂ 'ਚ ਆਵਾਜ਼ ਪੈਂਦੀ ਆ, ਬੜੀ ਵਧੀਆ ਨੀਂਦ ਆਉਂਦੀ, ਥੰਮਲਿਆਂ ਨਾਲ ਲੱਗ ਲੱਗ ਬੈਠੋ, ਕੰਧਾਂ ਨਾਲ ਬੈਠੋ, ਕਿਉਂਕਿ ਭੋਜਨ ਰੱਜ ਕੇ ਛਕਿਆ, ਉਹਨੇ ਅਸਰ ਤੇ ਕਰਨਾ। ਹੁਣ ਭਾਈ ਮਰਦਾਨਾ ਜੀ ਦਾ ਚਿੱਤ ਨਹੀਂ ਸੀ ਕਰਦਾ ਜਾਣ ਨੂੰ। ਹੁਣ ਪ੍ਰਸ਼ਾਦੇ ਛਕ ਲੈ ਰੱਜ ਕੇ, ਕਹਿੰਦੇ ਬੜਾ ਆਨੰਦ ਹੈ, ਬੜਾ ਆਨੰਦ ਹੈ। ਮਰਦ ਕਹਿੰਦੇ ਰਬਾਬ ਲਿਆ। ਫਿਰ ਸੱਚੀ ਗੱਲ ਹੈ, ਜਦੋਂ ਕਿਸੇ ਨੂੰ ਰੋਟੀ ਖਵਾ ਦੋ ਨਾ, ਕੋਈ ਵੀ ਹੋਵੇ, ਇਹ ਸਮਝ ਲੈ ਵੀ ਪੈਰ ਕੋਹੜਾ ਮਾਰਨ ਵਾਲਾ ਕੰਮ ਹੈ। ਬੱਚੇ ਭੱਜ ਭੱਜ ਕੰਮ ਕਰਦੇ ਹੋਣਗੇ, ਉਹਨਾਂ ਨੂੰ ਰਜਾ ਕੇ ਖਵਾ ਦੋ ਰੋਟੀ। ਕੰਮ ਕਹਿ ਦਿਓ, ਕਹਿੰਦੇ ਨਾ ਯਾਰ ਹੁਣ ਸੌਣਾ, ਹੁਣ ਨਾ ਕਹੋ, ਫੇਰ ਦੇਖਾਂਗੇ, ਘੰਟਾ ਰਹਿਣ ਦਿਓ, ਇੱਕ ਸੌਣ ਦਿਓ। ਹਰ ਬੰਦਾ ਆਲਸੀ ਹੋ ਜਾਂਦਾ। ਭੋਜਨ ਦਾ ਕਰਮ ਹੈ ਆਲਸ ਪਾਉਣਾ। ਇਸੇ ਕਰਕੇ ਪੁਰਾਣੇ ਲੋਕ 2 ਸਮੇਂ ਛਕਦੇ ਸੀ। ਅਸੀਂ ਸੁੱਖ ਨਾਲ 3 ਵੇਲੇ ਖਾ ਲੈਂਦੇ ਆ। ਫਿਰ ਵੀ ਆਲੇ ਦੁਆਲੇ ਵੇਖੀਦਾ ਵੀ ਜੇ ਕੁਝ ਹੋਰ ਹੋ ਜੇ, ਕੁਝ ਹੋਰ ਖਾ ਪੀ ਲਈਏ, ਤੇ ਫਿਰ ਇਮਿਊਨਿਟੀ ਕੀ ਕਰੂਗੀ, ਸਿਸਟਮ ਕੀ ਕਰੂਗਾ, ਸਰੀਰ ਕੀ ਕਰੂਗਾ, ਸਿਹਤ ਕੀ ਕਰੂਗੀ, ਨੁਕਸਾਨ ਹੀ ਹੋਣੇ ਆ। ਸਾਰਾ ਦਿਨ ਖਾਈ ਜਾਣਾ, ਸਾਰਾ ਦਿਨ ਖਾਈ ਜਾਣਾ, ਭਗਤੀ ਕਿੱਥੋਂ ਕਰ ਲਾਂਗੇ। ਜਿਹੜਾ ਅੰਦਰ ਗਿਆ ਉਹਨੂੰ ਪਚਾਉਣ ਵਾਸਤੇ ਜ਼ੋਰ ਲੱਗਿਆ, ਫਿਰ ਸੁਸਤੀ ਪਈ ਜਾਂਦੀ, ਆਲਸ ਪਈ ਜਾਣੀ, ਇੱਥੇ ਸੌਂ ਗਏ, ਉੱਥੇ ਸੌਂ ਗਏ, ਆਹੀ ਕੁਛ ਹੋਣਾ। ਭਾਈ ਮਰਦਾਨੇ ਨੂੰ ਮਰਜ ਕਹਿੰਦੇ ਮਰਦਾਨਿਆ ਮਾਇਆ ਲੈ ਜਾ, ਫਿਰ ਰਬਾਬ ਲੈ ਆ। ਕਹਿੰਦਾ ਜੀ 7 ਬਚਨ। ਹੁਕਮ ਤਾਂ ਮੋੜਿਆ ਨਹੀਂ ਜਾਣਾ ਨਾ, ਹੁਕਮ ਮੰਨਣ ਵਾਸਤੇ ਤੇ ਭਾਈ ਮਰਦਾਨੇ ਨੇ ਕਾਰੋਬਾਰ ਛੱਡਿਆ ਏ। ਸੁੰਦਰ ਹੀਰ ਰਬਾਬ ਲਿਆਵੋ, ਸਰਫਾ ਮੂਲ ਨ ਕੋ। ਗੁਰੂ ਸਾਹਿਬ ਕਹਿੰਦੇ ਮਰਦਾਨਾ ਜੀ ਰਬਾਬ ਸੋਹਣੀ ਲਿਆਇਓ। ਹੁਣ ਰੋਟੀ ਖਾਧੀ ਹੋਈ ਹੈ, ਕਹਿੰਦੇ ਠੀਕ ਹੈ ਜੀ। ਸਤਿਗੁਰ ਕਹਿੰਦੇ ਮੁੱਲ ਦੀ ਪਰਵਾਹ ਨਾ ਕਰੀ, ਸਰਫਾ ਮਹਿੰਗੇ ਤੋਂ ਮਹਿੰਗੀ ਹੋਵੇ, ਚਿੰਤਾ ਨਹੀਂ ਕਰਨੀ ਕੋਈ। ਕਹਿੰਦੇ ਠੀਕ ਹੈ ਜੀ। ਹੁਣ ਭਾਈ ਮਰਦਾਨਾ ਬਚਨ ਮੋੜ ਨਹੀਂ ਸਕਦਾ, ਆਨੰਦ ਵੱਜਿਆ ਪਿਆ ਵੀ ਜੇ ਇਸੇ ਪਲੰਗੇ ਤੇ ਪੈ ਜਾਈਏ। ਪਰ ਗੁਰੂ ਸਾਹਿਬ ਕਹਿੰਦੇ ਰਬਾਬ ਵਧੀਆ ਲਿਆਈ, ਛੇਤੀ ਲਿਆਈ, ਸੋਹਣੀ ਲਿਆਈ, ਮਾਇਆ ਦੀ ਮਰਦਾਨਿਆਂ ਤੂੰ ਪਰਵਾਹ ਨਾ ਕਰੀ। ਸੁਣ ਮਰਦਾਨੇ ਕਿਉ ਪਿਆਨਾ, ਲੈਣ ਰਬਾਬੈ ਹੇਤੂ। ਆਖਰਕਾਰ ਭਾਈ ਮਰਦਾਨਾ ਜੀ ਬਿਨਾ ਮਾਇਆ ਲਏ ਤੁਰ ਪਏ ਰਬਾਬ ਲੈਣ। ਇਹ ਕੀ ਹੈ ਮੈਨੂੰ ਨਾ ਪੁੱਛਿਓ, ਆਖੋ ਸਤਨਾਮ, ਭੋਜਨ ਦਾ ਅਸਰ ਹੈ। ਮਾਇਆ ਨਹੀਂ ਲਈ ਕਰੋ। ਸਤਿਗੁਰ ਕਹਿੰਦੇ ਮਰਦਾਨਿਆਂ ਮਾਇਆ ਲੈ ਜਾ, ਚੱਲ ਪਏ ਰਬਾਬ ਲੈਣਾ। ਸੁਲਤਾਨਪੁਰ ਸਾਹਿਬ 'ਚ ਪੁੱਛਦੇ ਫਿਰਦੇ ਆ, ਕਹਿੰਦੇ ਇੱਥੇ ਕਿਤੇ ਵਧੀਆ ਰਬਾਬ ਮਿਲਦੀ ਹੋਵੇ, ਕਹਿੰਦੇ ਅਗਲੀ ਗਲੀ ਮੁੜ ਕੇ ਫਲਾਣੇ ਦੇ ਘਰ ਚੱਲ ਜੀ। ਆਨੰਦ ਜਾ ਵੱਜਾ ਹੋਇਆ। ਜਦੋਂ ਓਵਰਲੋਡ ਹੋ ਜਾਣਾ ਕਿਸੇ ਵੀ ਚੀਜ਼ ਦਾ, ਰੋਟੀ ਰੱਜ ਕੇ ਖਾ ਲਓ, ਮੈਂ ਕਹਿੰਦਾ ਦਿਖਦਾ ਹੀ ਨਹੀਂ ਸਾਹਮਣੇ ਕੌਣ ਆਉਂਦਾ ਹੈ, ਕਿੰਨੇ ਵੱਜ ਕੇ ਕੀ ਸਮਾਂ, ਕੌਣ ਕੀ ਕਹਿੰਦਾ ਸੀ, ਕਿਹਨੇ ਕੀ ਬੋਲਿਆ। ਸੱਚੀ ਗੱਲ ਹੈ, ਲੋੜ ਤੋਂ ਵੱਧ ਕੇ ਕੀਤਾ ਹੋਇਆ ਭੋਜਨ ਜ਼ਹਿਰ ਬਣ ਜਾਂਦਾ ਹੈ। ਬੜੇ ਲੋਕਾਂ ਨੂੰ ਫੂਡ ਪੋਇਜ਼ਨਿੰਗ ਹੁੰਦੀ ਹੈ, ਮੱਤ ਮਾਰ ਕੇ ਰੱਖਦਾ ਬੰਦੇ ਦੀ। ਰੋਟੀ ਵੱਧ ਖਾ ਲਓ, ਸੁੱਝਣਾ ਹੀ ਕੁਛ ਨਹੀਂ, ਤੇ ਜੇ ਭੁੱਖੇ ਰਹੋਗੇ ਸੁੱਝਣਾ ਤਾਂ ਵੀ ਕੁਛ ਨਹੀਂ। ਲੈਵਲ ਰੱਖਣਾ ਪੈਣਾ ਮੇਨਟੇਨ ਕਰਕੇ, ਨਾ ਬਹੁਤਾ ਖਾਓ ਤੇ ਨਾ ਬਹੁਤੇ ਭੁੱਖੇ ਰਹੋ, ਵਿੱਚ ਵਿਚਾਲੇ ਰਹੋ, ਫਿੱਟ ਰਹੋਗੇ। ਭਾਈ ਮਰਦਾਨਾ ਜੀ ਤੁਰੇ ਜਾਂਦੇ ਆ, ਇੱਕੋ ਹੀ ਸੰਕਲਪ ਹੈ ਵੀ ਰਬਾਬ ਲੈ ਕੇ ਜਾਣੀ ਆਪਾਂ ਨੇ। ਪਰ ਭੋਲਿਆ ਮਾਇਆ ਤੇ ਹੈ ਨਹੀਂ ਕੋਲੇ। ਖੇਡਾਂ ਨੇ ਗੁਰੂ ਸਾਹਿਬ ਦੀਆਂ ਵਰਤਾਈਆਂ ਹੋਈਆਂ। ਖੇਡ ਕਿਉਂ ਵਰਤਾਈਏ ਇਹਦਾ ਕਾਰਨ ਪਤਾ ਲੱਗ ਜਾਣਾ ਤੁਹਾਨੂੰ ਆਉਣ ਵਾਲੇ ਸਮੇਂ 'ਚ। ਭਾਈ ਮਰਦਾਨਾ ਤੁਰੇ ਜਾਂਦੇ ਆ, ਕਹਿੰਦੇ ਜੇ ਵਧੀਆ ਜੀ ਰਬਾਬ ਛੇਤੀ ਮਿਲ ਜੇ ਨਾ, ਛੇਤੀ
ਲਿਆ ਕੇ ਸਤਿਗੁਰਾਂ ਨੂੰ ਸੌਂਪ ਦੇਵਾਂ। ਮੈਂ ਪੁਨ ਹੱਥ ਬੰਦ ਕਰ ਬੋਲਿਓ ਸ਼੍ਰੀ ਬੇਦੀ ਕੁਲ ਕੇਤੋ। ਜਦੋਂ ਭਾਈ ਮਰਦਾਨਾ ਜੀ ਵਿਦਾ ਹੋ ਗਏ ਰਬਾਬ ਲੈਣ ਵਾਸਤੇ, ਭਾਈ ਬਾਲਾ ਜੀ ਦੇ ਵੀ ਮਨ ਚ ਆਉਂਦਾ ਵੀ ਮਾਇਆ ਤੇ ਲੈ ਕੇ ਨਹੀਂ ਗਿਆ, ਹੋ ਸਕਦਾ ਪਹਿਲਾਂ ਹੋਵੇ ਮਾਇਆ ਕੋਲ। ਤੁਸੀਂ ਯਾਦ ਰੱਖੋ ਮਾਇਆ ਨਹੀਂ ਅਜੇ ਮਿਲੀ। ਭੈਣ ਨਾਨਕੀ ਜੀ ਕੋਲ ਆਏ ਸੀ, ਕਹਿੰਦੇ ਗੁਰੂ ਸਾਹਿਬ ਤੁਹਾਨੂੰ ਸਵਾਲ ਪਾਉਂਦੇ ਆ, ਉਹ ਕਹਿੰਦੇ ਪਹਿਲਾਂ ਦਰਸ਼ਨ ਕਰਾਓ, ਲੈ ਕੇ ਆਓ ਘਰੇ, ਭੋਜਨ ਛਕਾਓ। ਭੋਜਨ ਛਕਾਦਾ, ਰੋਟੀ ਖਾਧੀ। ਮਰਦ ਨੇ ਕਿਹਾ ਹੈ, ਕਹਿੰਦੇ ਮਰਦਾਨਿਆ ਭੈਣ ਜੀ ਕੋਲ ਮਾਇਆ ਲੈ ਜੀ, ਰਬਾਬ ਲਈ। ਕਹਿੰਦਾ ਠੀਕ ਹੈ। ਸਤਿਗੁਰ ਕਹਿੰਦੇ ਸੋਹਣੀ ਤੇ ਵਧੀਆ ਲਿਆਈ, ਵਜਾ ਕੇ ਵੇਖ ਲਈ, ਤੈਨੂੰ ਆਉਂਦੀ ਆ ਵਜਾਉਣੀ ਰਬਾਬ? ਕਹਿੰਦਾ ਕੋਈ ਚੱਕਰ ਹੀ ਨਹੀਂ ਜੀ। ਚਲੇ ਗਏ ਲੈਣ। ਭਾਈ ਬਾਲਾ ਜੀ ਕਹਿੰਦੇ ਮੈਂ ਜਦੋਂ ਮਹਾਰਾਜ ਮੇਰੇ ਨਾਲ ਹੱਸ ਹੱਸ ਕੇ ਬਚਨ ਕਰਦੇ ਸੀ, ਮੈਂ ਨਾ ਫਿਰ ਸਮਾਂ ਵੇਖਿਆ ਵੀ ਚਲੋ ਬੇਨਤੀ ਕਰ ਲਈਏ ਗੁਰੂ ਸਾਹਿਬ ਨੂੰ। ਮੈਂ ਮਹਾਰਾਜ ਦੇ ਕੋਲ ਬੈਠਾ ਪੈਂਦਾਂ ਵਾਲੇ ਪਾਸੇ, ਸੁੱਖ ਸਾਂਦ ਦੀਆਂ ਗੱਲਾਂ ਚੱਲਦੀਆਂ। ਮੈਂ ਉਸ ਵੇਲੇ ਗੁਰਾਂ ਨੂੰ ਇੱਕ ਅਰਜ਼ ਕੀਤੀ, ਤੁਮ ਨਦੀਸ਼ ਕੋ ਪਾਏ ਅਬੈ ਹੂੰ ਜਾਮੋ ਆਪਨ ਨਕੇਤੋ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ। ਸਤਿਗੁਰ ਕਹਿੰਦੇ ਬੇਨਤੀਆਂ ਨਹੀਂ ਕਰੀਦੀਆਂ ਸੱਜਣਾਂ ਨੂੰ, ਹੁਕਮ। ਕਹਿੰਦੇ ਮਹਾਰਾਜ ਤੁਹਾਡੀ ਆਗਿਆ ਨਾਲ ਮੈਂ ਸੁਲਤਾਨਪੁਰ ਲੋਧੀ ਆਇਆ ਸੀ, ਆਪ ਜੀ ਨੇ ਬੁਲਾਇਆ, ਤੁਸੀਂ ਨਾਲ ਲੈ ਕੇ ਆਏ, ਮੈਂ ਆ ਗਿਆ। ਮੈਂ ਇੱਕ ਦਿਨ ਵੀ ਘਰ ਨਹੀਂ ਗਿਆ। ਯਾਦ ਆਪ ਜੀ ਨੂੰ ਜਦ ਸਤਿਗੁਰਾਂ ਦਾ ਆਨੰਦ ਕਾਰਜ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਧਰਮ ਪਤਨੀ ਸਮੇਤ ਆਪਣੇ ਪਿੰਡ ਗਏ ਨੇ। ਭਾਈ ਬਾਲਾ ਜੀ ਇੱਕ ਦਿਨ ਵੀ ਨਹੀਂ ਗਏ, ਇੱਕ ਦਿਨ ਵੀ। ਉਹ 30 ਦਿਨਾਂ ਦੇ ਵਿੱਚ ਵੀ ਭਾਈ ਬਾਲਾ ਜੀ ਉਹ ਮਹਾਂਪੁਰਖ ਰੱਬ ਦੇ ਪਿਆਰੇ ਮੋਦੀਖਾਨੇ ਰਹੇ। ਸ਼ਾਇਦ ਯਾਦ ਹੋਵੇ, ਇੰਨਾ ਕਿਤੇ ਚਲੋ ਯਾਦ ਹੋਣਾ ਚਾਹੀਦਾ ਹੈ, ਕਿਉਂਕਿ ਇੰਨਾ ਵੀ ਮੋਟਾ ਦਿਮਾਗ ਆਪਣਾ ਨਹੀਂ ਹੈ ਅਜੇ, ਤੇ ਸ਼ਾਇਦ ਰੋਟੀ ਰਾਤ ਨੂੰ ਖਾਣੀ ਆ ਜਾ ਕੇ। ਉਸ ਵੇਲੇ ਭਾਈ ਬਾਲਾ ਜੀ ਇੱਥੇ ਹੀ ਰਹੇ ਤੇ ਘਰ ਨਹੀਂ ਸੀ ਗਏ। ਸੁੱਖ ਸਾਂਦ ਆਉਂਦੀ ਜਾਂਦੀ ਰਹਿੰਦੀ ਸੀ, ਪਰ ਦਿਲ ਤੇ ਕਰਦਾ ਨਾ ਘਰ ਜਾਣ ਨੂੰ। ਜਦੋਂ ਮਹਾਰਾਜ ਪਿੰਡ ਗਏ ਹੋਏ ਸੀ, ਉਹਨਾਂ ਸਮਿਆਂ 'ਚ ਵੀ ਭਾਈ ਬਾਲੇ ਦਾ ਮਨ ਕਰਦਾ ਸੀ ਜੇ ਮਹਾਰਾਜ ਮੈਨੂੰ ਲੈ ਜਾਂਦੇ, ਪਰ ਨਹੀਂ ਲੈ ਕੇ ਗਏ। ਮੌਜ ਸੀ ਉਹਨਾਂ ਦੀ। ਕਹਿੰਦੇ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ, ਜੇ ਆਪ ਜੀ ਦੀ ਆਗਿਆ ਹੋਵੇ। ਉਹਨਾਂ ਬੇਨਤੀ ਕੀਤੀ ਹੈ, ਮੰਨਣੀ ਨਾ ਮੰਨਣੀ ਉਹ ਗੁਰੂ ਪਰਮੇਸ਼ਰ ਦੇ ਹੱਥ ਹੈ। ਮੈਨੂੰ ਆਗਿਆ ਦੇ ਦਿਓ, ਮੈਂ ਘਰ ਪਿੰਡ ਜਾ ਆਵਾਂ। ਵਾਸਰ ਬਹੁਤ ਬਤੀਤੇ ਆਇਓ ਸੁਧ ਲਿਹੋ ਕ੍ਰਿਤ ਬੇਤੋ। ਸਤਿਗੁਰੂ ਜੀ ਬੜਾ ਲੰਬਾ ਸਮਾਂ ਹੋ ਗਿਆ ਜੀ, ਨਾ ਮੈਂ ਫਸਲ ਵੇਖੀ, ਨਾ ਘਰ ਪਰਿਵਾਰ, ਨਾ ਮਾਲ ਡੰਗਰ ਵੇਖਿਆ, ਨਾ ਮਾਪਿਆਂ ਦੀ ਸੁੱਧ ਬੁੱਧ ਲਈ। ਇੱਕ ਹੁਕਮ ਦੇ ਦਿਓ ਜੀ, ਮੈਂ ਫੇਰੀ ਪਾਇਆ ਵਾਂ, ਜਦ ਤੁਹਾਡਾ ਹੁਕਮ ਹੋਊ ਆ ਜਾਊਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਜ਼ਰ ਭਰ ਕੇ ਭਾਈ ਬਾਲਾ ਜੀ ਵੱਲ ਵੇਖਿਆ, ਇਹ ਕੁਛ ਮੰਗ ਰਹੇ ਆ, ਸੋ ਮਾਫ ਕਰਿਓ ਸਮਾਂ ਸੰਪੂਰਨ ਹੋ ਗਿਆ, ਧਿਆਨ ਹੀ ਨਹੀਂ ਗਿਆ ਉਸ ਪਾਸੇ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।